ਕਹਿੰਦੇ ਬਾਬਾ ਨਾਨਕ ਜੀ ਦੀ ਗੁਰਬਾਣੀ ਕਹਿੰਦੇ ਮੁਰਦਿਆਂ ਦੇ ਵਿੱਚ ਜਾਨ ਪਾ ਦਿੰਦੀ ਹੈ। ਤੇ ਸਿੱਖ ਇਤਿਹਾਸ ਜਿਹੜਾ ਇਤਿਹਾਸ ਹੈ ਬਹੁਤ ਹੀ ਡੂੰਘਾ ਤੇ ਇਹਨੂੰ ਸਮਝਣ ਦੀ ਬੜੀ ਲੋੜ ਆ। ਅਸੀਂ ਇਸ ਸਾਡੇ ਚੈਨਲ ਤੇ ਇਸ ਧਾਰਮਿਕ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਸਿੱਖ ਇਤਿਹਾਸ ਤੇ ਵੱਖ-ਵੱਖ ਪੰਨਿਆਂ ਤੋਂ ਜਾਣੂ ਕਰਵਾਉਂਦੇ ਰਹਾਂਗੇ। ਜੇਕਰ ਤੁਸੀਂ ਸਾਡੇ ਇਸ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਨਾਲ ਹੀ ਦਿੱਤਾ ਘੰਟੀ ਦਾ ਬਟਨ ਦਬਾ ਕੇ ਆਲ ਤੇ ਕਲਿੱਕ ਕਰ ਦਿਓ। ਜਦੋਂ ਵੀ ਅਸੀਂ ਕੋਈ ਸਿੱਖ ਇਤਿਹਾਸ ਦੀ ਵੀਡੀਓ ਅਪਲੋਡ ਕਰਦੇ ਹਾਂ ਜਿਹੜਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ। ਤੇ ਆਓ ਫਿਰ ਆਪਾਂ ਸ਼ੁਰੂ ਕਰਦੇ ਹਾਂ ਸਿੱਖ ਇਤਿਹਾਸ ਦੇ ਇਹ ਬਹੁਤ ਹੀ ਸੁਨਹਿਰੀ ਪੰਨੇ ਤੇ ਜਿਹਨੂੰ ਸੁਣਦੇ ਹੋਏ ਬੜਾ ਆਨੰਦ ਮਿਲਦਾ ਤੇ ਸਾਨੂੰ ਸਿੱਖ ਇਤਿਹਾਸ ਦੇ ਵਿੱਚ ਦਿੱਤੀਆਂ ਹੋਈਆਂ ਗੁਰੂ ਸਾਹਿਬਾਂ ਦੀਆਂ ਕੁਰਬਾਨੀਆਂ ਤੇ ਉਹ ਮਹਾਨ ਯੋਧੇ ਸਾਨੂੰ ਕਦੇ ਵੀ ਨਹੀਂ ਭੁੱਲਣੇ ਚਾਹੀਦੇ। ਸਾਨੂੰ ਆਪਣੀ ਜ਼ਿੰਦਗੀ ਸੁਧਾਰਨ ਲਈ ਆਪਣਾ ਜੀਵਨ ਸੁਧਾਰਨ ਦੇ ਲਈ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਉਹਨਾਂ 'ਤੇ ਅਮਲ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਸਾਡਾ ਇਹ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਤਾਂ ਹੀ ਇਹ ਸਾਡੀ ਜ਼ਿੰਦਗੀ ਦਾ ਇੱਥੇ ਆਉਣਾ ਸਫਲਾ ਹੋ ਸਕਦਾ ਹੈ। ਧੰਨਵਾਦ ਜੀ। जन्म के आधार ते ना कोई बंदा वड्डा है ना कोई बंदा छोटा है। सच एवे इस धरती ते कर्म के आधार ते बंदा वड्डा ते नीवा है। कारण की कि गुरु ग्रंथ साहिब विच 3-4 भगत ने जिन्हां नूं जाति दे नां ते सचमुच इन्हां को अपमानित किया गया। उन्होंने अपनी धुर की बाणी विचों शब्द दर्ज कर दिते कि इस धरती ते साडे नाल जाति दे आधार ते किन्ना को धक्का होया। उन्हां दे पानी दे खूह वखरे ने, उन्हां दे बर्तन वखरे ने, उन्हां दे मंजे वखरे ने। मैनूं बख्श दिया जे भारत दे पिंडां दी जिहड़ी बनतर है वो भी इस तरह है। जिन्हां नूं शूदर कहा जांदा सी उन्हां दे घर भी पिंड तो वखरे पासे हुंदे सन। बहुत ज़्यादा जात दे आधार ते अपना जिहड़ा सारा मसला अज विगड़िया पिया ना सी ये रौला ते पा दिंदे आ भी फलाना धर्म इन्ना प्रचार कर गया खिंच के लै गया। कुछ तो वो खिंच के लै गए, कुछ साडे हंकार ने उन्होंने दूर कर दिता। कोई समाज होवे कोई बंदे होण जिथे ईरखा दे नाल दूरी बन लग पे, लोग एक दूजे नूं नहीं पसंद करते, फिर नफरत जिहड़ी होर दूरी बना दिंदी। ये जी गुरुद्वारे ते 3 ने, एक अधर्मियां दा है। ये क्यों अधर्मी शब्द कित्थों पैदा हो गया जी? ये उन्हां दा गुरुद्वारा है। शेरे पंजाब दे राज तो बाद ਇਹੋ ਜਿਹਾ ਸਮਾਂ ਆ ਗਿਆ ਸੀ ਹਰਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਮੂਰਤੀਆਂ ਦੀ ਆਰਤੀ ਹੁੰਦੀ ਸੀ। ਪਤਾ ਹੋਣਾ ਆਪ ਜੀ ਨੂੰ ਸਿੰਘ ਸਭਾ ਮੂਵਮੈਂਟ ਤੋਂ ਪਹਿਲਾਂ ਨੀਵੀਂ ਜਾਤ ਦੇ ਲੋਕ ਕਹਿੰਦੇ ਸਨ ਜਿਨ੍ਹਾਂ ਸਿੱਖਾਂ ਨੂੰ ਉਹਨਾਂ ਦੀ ਦੇਗ ਦਾ ਸਮਾਂ ਨਿਰਧਾਰਿਤ ਹੁੰਦਾ ਸੀ। ਹੁਣ ਤੇ ਦੇਗ ਆਪਾਂ ਸਾਰੇ ਲੈ ਜਾਂਦੇ ਆ ਨਾ, ਪਹਿਲਾਂ ਦੇਗ ਘਰਾਂ ਚੋਂ ਬਣ ਕੇ ਆਉਂਦੀ ਸੀ। ਜਿਨ੍ਹਾਂ ਨੂੰ ਪੁਜਾਰੀ ਕਹਿੰਦੇ ਸਨ ਇਹ ਸ਼ੂਦਰ ਨੇ ਜੀ, ਇਹਨਾਂ ਦੀ ਦੇਗ ਦਾ ਸਮਾਂ ਨਿਰਧਾਰਿਤ ਹੈ। ਉਸ ਤੋਂ ਅੱਗੇ ਪਿੱਛੇ ਜੇ ਦੇਗ ਲਿਆਉਂਦੇ ਸਨ ਉਹਨਾਂ ਦੀ ਦੇਗ ਸਵੀਕਾਰ ਨਹੀਂ ਸੀ ਕੀਤੀ ਜਾਂਦੀ। ਤੁਹਾਡੇ ਫਲੋਰ ਤੋਂ ਜਲੰਧਰ ਨੂੰ ਜਾਈਏ ਇੱਕ ਪਿੰਡ ਹੁੰਦਾ ਬਕਾਪੁਰ, ਇੱਥੋਂ ਦੇ ਇੱਕ ਮੌਲਵੀ ਸਾਹਿਬ ਸਨ। ਉਹ ਜਾਂਦੇ ਸਨ ਪੜ੍ਹਾਉਣ, ਰਸਤੇ 'ਚ ਨਿਰਮਲੇ ਸਾਧੂਆਂ ਦਾ ਅਸਥਾਨ ਸੀ। ਉਹਨਾਂ ਨੂੰ ਗੁਰਬਾਣੀ ਦੀ ਚੇਟਕ ਲੱਗ ਗਈ, ਗੁਰਬਾਣੀ ਪੜ੍ਹਨ ਲੱਗ ਪਏ। ਉਹਨਾਂ ਦੱਸਿਆ ਨਹੀਂ, ਆਪਣੇ ਘਰ 'ਚ ਉਹਨਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲਿਆ। कुछ समय बाद उन्होंने घरों बीबी चढ़ाई कर गई, फौत हो गई। उन्होंने आना सी इस्लाम दा जनाजा लैन कढ़न लई। मौलवी साहब ने कहता नहीं जी मेरे नाम ना मौलवी जरूर है पर मैं ना सिख बन चुका हूँ, मेरे घर च गुरु ग्रंथ साहिब का प्रकाश है। उन्हों का पड़पोता मैनू मिलता रहिंदा है। चलो मैं लाइव कह देना, मैं कहनी वो मैनू कई बारी कहता है कि अजैब घर विच जने खने की फोटो लग गई, ਉਹਦੇ ਦਾਦੇ ਦੀ ਫੋਟੋ ਨਹੀਂ ਲੱਗੀ ਜਿਨਨੇ ਦੇਗ ਲੈ ਕੇ ਹਰਮੰਦਰ ਸਾਹਿਬ ਵਿੱਚ ਇਹ ਰੀਤ ਤੋੜੀ ਸੀ ਕਿ ਦੇਗ ਹਰ ਵੇਲੇ ਹਰ ਬੰਦੇ ਦੀ ਪ੍ਰਵਾਨ ਹੋ ਸਕਦੀ ਹੈ। ਮੈਂ ਤਾਪ ਸਿੰਘ ਜੀ ਅੱਗੇ ਵਧੇ, ਵੇਖੋ ਮੁਸਲਮਾਨ ਦਾ ਬੇਟਾ। ਇਸ ਕਰਕੇ ਮੈਂ ਕਹਿਣਾ ਹੁਣਾ ਐਵੇਂ ਹੰਕਾਰ 'ਚ ਨਾ ਮਨਾ ਤੁਰੇ ਫਿਰੀ ਕਿ ਸਿੱਖ ਦੇ ਘਰ ਹੀ ਪੈਦਾ ਹੋਵੇਗਾ ਤੇ ਉਹਨੇ ਕੁਝ ਕ੍ਰਾਂਤੀ ਲਿਆਉਣੀ। ਇੱਥੇ ਕੋਈ ਪਤਾ ਨਹੀਂ ਕਿਹਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਨੇ ਹੱਥ ਰੱਖ ਦੇਣਾ ਤੇ ਉਹਨੇ ਸਭ ਕੁਝ ਬਦਲ ਦੇਣਾ। ਬਾਬਾ ਜੀ ਕਹਿੰਦੇ ਭਲੇ ਲੋਕੋ
एक केसर, दूजा फुल, तीजी कस्तूरी मिर्ग दी, चौथी सोना। इन्हां दी कोई सुच पिट नहीं हुंदी, ये अपवित्र नहीं हुंदे, ये पवित्र ही हुंदे ने। भगत किसी भी जात विच पैदा हो जाए, रब की भगती कर लग पे, इत्थे भी पवित्र हुंदे ने, रब के घर विच भी पवित्र हुंदे ने। गुरु नानक साहब बिल्कुल जात नूं मनदे आ। वो कहंदे कमजात हुंदे ने, पर जन्म के आधार ते कोई कमीन ते कमजात नहीं। जिहड़ा सब कुछ रब दीआं दातां लैके रब की बंदगी नहीं करदा, उदों वड्डा कमजात कोई नहीं। सब तो नीवीं जात वाला होवे जिन्हों परमात्मा भुल गया। आम तौर पर मजाक किया जाता, उन्हें हासा डाया जाता जी इन्हों अकल वैगुरू मैनू बख्श दिया जे कोई वीर भैन भरा घर च इस कम्यूनिटी नाल संबंधित होवे, बड़ा डर लगता है कि वो सोचे भी मैं कोई गलत उन्होंने अपमान कर रहा। ये मजाक किया जाता सी, इन्हों समझ कोई नहीं। कथा मैं गुरबाणी चो की, पर एक सज्जन सुनने वाले ने, मैं ना नहीं लेना, मैनू परवाना जी ने कहा भी फलाना ASI है, उस नाल गल कर लो, तुहाडे विरुद्ध थाने दे विच रिपोर्ट दी गई है कि तुसी आ गल साडी कम्यूनिटी की गलत कही। हालां चलो वखरा विषय, मैं कोई शब्द गुरबाणी तो निकल के नहीं किया। मान लो किसी शूदर ने पानी नूं हथ लाता, पानी डोल दिओ, पानी नहीं पीना, ये भिट गया है। किसी ने दुध नूं हथ ला दिता, दुध रोड़ दिओ, ये दुध नहीं पीना, इनू शूदर ने हथ ला दिता है। किसी ने मान लो रोटी नूं हथ ला दिता, आटे नूं, ये आटा सड़ दिओ, डंगरां के पा दिओ, ये भिट गया। बाबा जी कहते हैं सुच पिट वाला इन्ना चलाक है, ਜਿਹੜੀਆਂ चीज़ां सस्तियां ने उन्हां दी सुच पिट बना ली, ਜਿਹੜੀਆਂ कीमती महंगियां ने कहता कोई नहीं, ये शूदर के घरों भी आ जान तां भी ठीक ही। मां दे पेट विच जदों जीव मां दे गर्भ विच इहदा तन बन रहा है, मैनूं दसो रब ने किहड़ी गोत पाई? तैनूं उदों पता सी मैं ब्राह्मण कर पैदा होण लगा? तेरा जन्म भी उस रस्ते होया, मेरा जन्म भी मां दे उसे रस्ते होया। जे तू अपने आप को उच्चा कहना, तेनू रब ने होर रस्ता क्यों ना दिता जम्मण वास्ते? देखो धर्म के नां ते एक दूजे नूं मारदे ने, चलदा पिया ना जी। यही कारण कि लोग नास्तिकता हो जाते हैं। इन्नी दुनिया धर्म के नां ते मरी है, याद रखियो संसार में इन्नी किसी होर नां ते नहीं मरी। ये हौमे च एक दूजे नूं मारदे ने, पर जदों हस्पताल दोनों नूं चुक के ले जाते हैं ते खून चाहण लगदे ने। खून तो हो सकता किसी मुसलमान का दिता हिंदू नूं फिट होया होवे, क्षमा करियो, किसी नूं एक दूजे का हिंदू का खून मुसलमान नूं, सिख का हिंदू नूं, हिंदू का सिख नूं। उत्थे भगत जी कहते तेरियां नाड़ां विच जे दुध चलदा तू ब्राह्मण है, ते तेरियां नसां विच भी खून चलदा, तेरा भी हार्ट बीट करदा, तेरी भी किडनी मेरे वर्गी है, फिर तू ब्राह्मण क्यों ते मैं शूदर क्यों? असीं एक हां। तू वेद पढ़ के, तू शास्त्र पढ़ के, तू जनेऊ पा के राजियां दे घर च मंगता बन के तुरिया फिरना है, पर मैं जुलाहियां दे घर च पैदा होके चेते रखी मैं बादशाह की परवाह भी नहीं करता। राज करेगा खालसा, राज करेगा खालसा, राज करेगा खालसा। कबीर मेरी जात को सबको हंसने हार, बलिहारी इस जात को जे जप्यो सिरजनहार। कबीर मेरी जात को सबको हंसने हार, बलिहारी इस जात को जे जप्यो सिरजनहार। वाहिगुरु जी का खालसा, वाहिगुरु जी की फतेह। भगत कबीर साहब जी दे इस सलोक दे अंदर उन्होंने अपने निजी जो उन्होंने जिंदगी है, जीवन है, उस नाल संबंधित ये बचन कीते। आखिरी अर्थ बड़े सरल ने जी, बड़ी छेती समझ पै रहा सलोक, फिर भी असी अर्थ दे करांगे। कबीर मेरी जात को, भगत कबीर साहब जी कह रहे हैं मेरी जात नूं
ਕਉ ਦਰਥ ਨੂੰ ਕਬੀਰ ਮੇਰੀ ਜਾਤ ਕਉ, ਮੇਰੀ ਜਾਤ ਨੂੰ ਸਭ ਕੋ ਹਸਨੇ ਖਾਰ। ਸਾਰੇ ਲੋਕ ਜਿਹੜੇ ਨੇ ਉਹ ਮੇਰੀ ਜਾਤ ਦਾ ਮਜ਼ਾਕ ਉਡਾਉਂਦੇ ਨੇ, ਮੈਨੂੰ ਮਖੌਲ ਕਰਦੇ ਨੇ ਤੇ ਮੈਨੂੰ ਜਾਤ ਦੇ ਨਾਂ ਤੇ ਖਾਂਸੀ ਕਰਦੇ ਨੇ, ਮੈਨੂੰ ਹੱਸਦੇ ਨੇ, ਮਖੌਲ ਠੱਠਾ ਕਰਦੇ ਨੇ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਖਾਰ। ਪਰ ਅੱਗੇ ਉਹ ਬਚਨ ਕਰ ਰਹੇ ਨੇ ਬਲਿਹਾਰੀ ਇਸ ਜਾਤ ਕੋ, ਕਹਿੰਦੇ ਮੈਂ ਤਾਂ ਆਪਣੀ ਇਸ ਜਾਤ ਤੋਂ ਕੁਰਬਾਨ ਜਾਨਾ, ਬਲਿਹਾਰ ਜਾਨਾ ਵਾ। ਜੇ ਜਪਿਓ ਸਿਰਜਣਹਾਰ, ਜਿਸ ਜਾਤੀ ਵਿੱਚ ਰਹਿ ਕੇ, ਜਿਸ ਜਾਤ ਵਿੱਚ ਰਹਿ ਕੇ ਸਾਰੇ ਸੰਸਾਰ ਦੀ ਸਿਰਜਣਾ ਕਰਨ ਵਾਲਾ ਜੋ ਕਰਤਾ ਪੁਰਖ ਵਾਹਿਗੁਰੂ ਹੈ, ਮੈਂ ਉਸ ਦੀ ਆਰਾਧਨਾ ਕੀਤੀ, ਉਹਨੂੰ ਜਪਿਆ। ਤੁਸੀਂ ਮੇਰੀ ਜਾਤ ਦਾ ਮਜ਼ਾਕ ਉਡਾਉਂਦੇ ਪਏ ਹੋ, ਪਰ ਕਹਿੰਦੇ ਮੈਂ ਤਾਂ ਕੁਰਬਾਨ ਜਾਨਾ ਆਪਣੀ ਇਸ ਜਾਤੀ ਤੋਂ, ਕਿਉਂਕਿ ਇਸ ਵਿੱਚ ਪੈਦਾ ਹੋ ਕੇ ਮੈਂ ਹੰਕਾਰ ਤੋਂ ਬਚ ਕੇ ਉਸ ਨਿਰੰਕਾਰ ਦੀ ਸਿਰਜਣਹਾਰ ਦੀ ਇਬਾਦਤ ਕੀਤੀ ਹੈ। ਇੱਕ ਅਰਜ਼ ਮੈਂ ਆਪ ਜੀ ਨੂੰ ਕਰਾਂਗਾ ਥੋੜੀ ਜਿਹੀ, ਕਿਉਂਕਿ ਸ਼ਲੋਕ ਕਿਉਂ ਨਹੀਂ ਸੀ ਕੱਲ ਕੀਤਾ, ਇਹਦੀ ਬਹੁਤ ਜ਼ਰੂਰੀ ਸਨ ਕੁਝ ਬਾਤਾਂ ਕਰਨੀਆਂ। ਅਸਲ 'ਚ ਭਗਤ ਕਬੀਰ ਸਾਹਿਬ ਜੀ, ਉਹਨਾਂ ਦੀ ਜਿਹੜੀ ਵਰਨ ਵੰਡ ਮੁਤਾਬਕ ਜਾਤ ਹੈ, ਅਸੀਂ ਸ਼ਬਦ ਵਰਤਨੇ ਆ ਜੁਲਾਹਾ, ਉਹਨਾਂ ਨੇ ਬਾਣੀ 'ਚ ਵਰਤਿਆ ਜਾਤ ਜੁਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਵੈ ਕਬੀਰ। ਉਹ ਖੱਡੀ ਕੱਪੜੇ ਬੁਣ ਦਾ ਕੰਮ ਕਰਦੇ ਸਨ ਜੀ, ਖੱਡੀ ਲਾਉਂਦੇ ਸਨ, ਤਾਣਾ ਤਣਦੇ ਸਨ। ਪਰ ਉਸ ਵਕਤ ਭਾਰਤ ਵਿੱਚ, ਮੈਂ ਮੱਧ ਯੁੱਗ ਦੀ ਗੱਲ ਕਰ ਰਿਹਾ, ਅੱਜ ਵੀ ਹਾਲਤ ਇਹੀ ਹੈ ਤੇ ਆਪਣੇ ਸਿੱਖਾਂ ਵਿੱਚ ਵੀ ਇਹੀ ਹੈ। ਮੱਧ ਯੁੱਗ ਦੇ ਅੰਦਰ ਜਦੋਂ ਭਗਤੀ ਲਹਿਰ ਸ਼ੁਰੂ ਹੋਈ, ਉਸ ਤੋਂ ਪਹਿਲਾਂ ਵੀ ਭਾਰਤ ਵਿੱਚ ਜਿਹੜੀ ਵਰਨ ਵੰਡ ਹੈ, ਜਾਤੀ ਦੇ ਆਧਾਰ ਦੇ ਉੱਪਰ ਭੇਦਭਾਵ, ਊਚ ਨੀਚਤਾ ਬਹੁਤ ਮੰਨੀ ਜਾਂਦੀ ਸੀ। ਉੱਥੇ ਜਿਹੜੇ ਅਸਲ 'ਚ 4 ਵਰਨ ਨੇ, ਆ ਬਾਣੀ 'ਚ ਦਾ ਬੜੀ ਬੜੀ ਜ਼ਿਕਰ ਹੁੰਦਾ ਹੈ। ਉਨ ਸਤਿਗੁਰਾਂ ਨੇ ਸਿੱਧਾ ਵੀ ਸ਼ਬਦ ਵਰਤਿਆ ਖੱਤਰੀ ਬ੍ਰਾਹਮਣ ਸੂਦ ਵੈਸ, ਇਹ ਉਪਦੇਸ਼ 4 ਵਰਨਾਂ ਕੋ ਸਾਂਝਾ। ਪਰ ਜਦੋਂ ਅਸੀਂ ਇਹ ਪੜ੍ਹਨੇ ਹਾਂ ਵੀ ਇਹ ਜਾਤ, ਇਹ ਵਰਨ ਬਣੇ ਕਿਵੇਂ, ਆਮ ਤੌਰ ਤੇ ਅਸੀਂ ਮਨੁ ਸਿਮਰਤੀ ਦਾ ਜ਼ਿਕਰ ਕਰਨੇ ਆ ਜੀ। ਅਸਲ 'ਚ ਜੇ ਇਸ ਜਾਤ ਵਰਨ ਦੀਆਂ ਜੜ੍ਹਾਂ ਵੀ ਜਾਓ ਤੇ ਇਹ ਵੇਦ ਵਿੱਚੋਂ ਮਿਲਦਾ ਹੈ। ਵੇਦ ਤੋਂ ਗੱਲ ਸ਼ੁਰੂ ਹੁੰਦੀ ਹੈ, ਬ੍ਰਾਹਮਣ ਹੈ, ਖੱਤਰੀ ਹੈ, ਸੂਦ ਹੈ ਤੇ ਵੈਸ਼ ਹੈ। ਇਹਨੂੰ ਇੱਕ ਤਰੀਕੇ ਨਾਲ ਇਹ ਮੈਂ ਬੇਨਤੀ ਕਰਾਂਗਾ, ਇਹ ਉਹਨਾਂ ਦੀ ਫਿਲਾਸਫੀ ਹੈ, ਪਰ ਸਾਨੂੰ ਸੁਣ ਜ਼ਰੂਰ ਲੈਣਾ ਚਾਹੀਦਾ ਵੀ ਕਾਰਨ ਕੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ 3-4 ਭਗਤ ਨੇ ਜਿਨ੍ਹਾਂ ਨੂੰ ਜਾਤੀ ਦੇ ਨਾਂ ਤੇ ਸੱਚਮੁੱਚ ਇੰਨਾ ਕੁ ਅਪਮਾਨਿਤ ਕੀਤਾ ਗਿਆ। ਉਹਨਾਂ ਨੇ ਆਪਣੀ ਧੁਰਕੀ ਬਾਣੀ ਵਿੱਚੋਂ ਸ਼ਬਦ ਦਰਜ ਕਰ ਦਿੱਤੇ ਕਿ ਇਸ ਧਰਤੀ ਤੇ ਸਾਡੇ ਨਾਲ ਜਾਤੀ ਦੇ ਆਧਾਰ ਤੇ ਕਿੰਨਾ ਕੁ ਧੱਕਾ ਹੋਇਆ। ਮੈਂ ਆਪਾਂ ਸਾਰੇ ਬੱਚਿਆਂ ਨੂੰ ਬਾਣੀ ਚੋਂ ਲਾਂਗੇ, ਪਰ ਇੱਕ ਨਜ਼ਰੀਆ ਹੋਰ ਗੁਰਮਤ ਦਾ ਇਸ ਸੰਬੰਧੀ ਕੀ ਸਤਿਗੁਰੂ ਕੀ ਸਾਨੂੰ ਸਮਤ ਦਿੰਦੇ। ਉਸ ਵਿੱਚ ਉਹ ਕਹਿੰਦੇ ਸਨ ਕਿ ਜਿਹੜੇ ਇਹ 4 ਵਰਨ ਨੇ, ਬ੍ਰਾਹਮਣ, ਖੱਤਰੀ, ਸੂਦ ਤੇ ਵੈਸ਼, ਇਹ ਬ੍ਰਹਮਾ ਜੀ ਦੀ ਬਾਡੀ ਚੋਂ ਨਿਕਲੇ ਨੇ, ਉਹਨਾਂ ਦੇ ਤਨ ਚੋਂ ਨਿਕਲੇ ਨੇ। ਉਹ ਕਹਿੰਦੇ ਬ੍ਰਹਮਾ ਜੀ ਦਾ ਜਿਹੜਾ ਮੁੱਖ ਹੈ, ਉਸ ਮੁੱਖ ਦੇ ਵਿੱਚੋਂ ਬ੍ਰਾਹਮਣ ਪੈਦਾ ਹੋਇਆ ਹੈ। ਜਿਹੜੇ ਬ੍ਰਹਮਾ ਜੀ ਦੀਆਂ ਬਾਹਾਂ ਨੇ, ਉਹਦੇ ਵਿੱਚੋਂ ਅਕਸ਼ਤਰੀ, ਜਿਹਨੂੰ ਆਪਾਂ ਗੁਰਮੁਖੀ 'ਚ ਪੰਜਾਬੀ 'ਚ ਖੱਤਰੀ ਸ਼ਬਦ ਵਰਤ ਲੈਂਦੇ, ਛਤਰੀ ਸ਼ਬਦ ਹੀ ਵਰਤਨੇ, ਅਕਸ਼ਤਰੀ ਸ਼ਬਦ ਹੀ ਵਰਤਿਆ ਜਾਂਦਾ ਹੈ। ਕਿਉਂਕਿ ਆਪ ਨੂੰ ਪਤਾ ਹੋਣਾ, ਮੈਂ ਫਿਰ ਵਿਆਕਰਣ ਵੱਲ ਨਹੀਂ ਆਵਾਂਗਾ, ਦੇਵਨਾਗਰੀ ਵਿੱਚ 3 ਛੱਛੇ ਬੋਲੇ ਜਾਂਦੇ ਆ ਤੇ ਸਾਨੂੰ ਪੜ੍ਹਾਉਂਦਿਆਂ ਕਹਿੰਦੇ ਹੁੰਦੇ ਸੀ ਇੱਕ ਛੱਛਾ ਸ਼ਲਗਮ ਵਾਲਾ, ਜਿਹਦੇ ਨਾਲ ਸ਼ਲਗਮ ਲਿਖਿਆ ਜਾਂਦਾ ਹੈ। ਇੱਕ ਛੱਛਾ ਹੁੰਦਾ ਸੀ ਛੱਟ ਖੂਨ ਵਾਲਾ, ਜਿਹਦੇ ਪੇਟ ਵਿੱਚ ਲਕੀਰ ਖਿੱਚਦੇ ਸਨ ਅੱਖਰ ਦੇ। ਇੱਕ ਛੱਛਾ ਹੁੰਦਾ ਸੀ ਛਤਰੀ, ਜਿਸ ਤੋਂ ਬਣਦਾ ਹੈ ਅਕਸ਼ਤਰੀ। ਮੈਂ ਬੇਨਤੀ ਕਰਾਂਗਾ, ਉਹ ਕਹਿੰਦੇ ਨੇ ਬ੍ਰਹਮਾ ਜੀ ਦੇ ਮੂੰਹ ਤੋਂ ਬ੍ਰਾਹਮਣ ਪੈਦਾ ਹੋਇਆ ਤੇ ਖੱਤਰੀ ਜਿਹੜਾ ਹੈ ਉਹ ਬ੍ਰਹਮਾ ਜੀ ਦੀਆਂ ਬਾਹਾਂ ਵਿੱਚੋਂ, ਆ ਬਾਜੂਆਂ ਵਿੱਚੋਂ, ਭੁਜਾਵਾਂ ਵਿੱਚੋਂ ਪੈਦਾ ਹੋਇਆ। ਤੇ ਜਿਹੜਾ ਵੈਸ਼ ਹੈ ਉਹ ਜੰਗ ਵਿੱਚੋਂ ਪੈਦਾ ਹੋਇਆ, ਗੱਗੇ ਨਾਲ ਨਹੀਂ, ਜੰਗ ਵਿੱਚੋਂ। ਇਹਦਾ ਮਤਲਬ ਕਿ ਕੋਈ ਪੱਟ ਸ਼ਬਦ ਵਰਤਦੇ ਆ। ਭਾਈ ਕਾਹਨ ਸਿੰਘ ਨਾਭਾ ਕਹਿੰਦੇ ਗਿੱਟੇ ਤੋਂ ਲੈ ਕੇ ਗੋਡੇ ਤੱਕ, ਜਿਹਨੂੰ ਪਿੰਨਣੀ ਆਪਾਂ ਕਹਿੰਦੇ, ਇਹਦੇ ਵਿੱਚੋਂ ਕਹਿੰਦੇ ਵੈਸ਼ ਪੈਦਾ ਹੋਇਆ। ਤੇ ਜਿਹੜਾ ਸ਼ੂਦਰ ਸੀ ਨਾ, ਇਹਦਾ ਜਨਮ ਜਿਹੜਾ ਬ੍ਰਹਮਾ ਜੀ ਦੇ ਪੈਰਾਂ ਵਿੱਚੋਂ ਹੋਇਆ। ਤੇ ਇਹ ਕਿਹਾ ਜਾਂਦਾ ਵੀ ਉਹਨਾਂ ਮੁਤਾਬਕ ਇਸ ਤਰ੍ਹਾਂ ਹੋਇਆ। ਫਿਰ ਇਹਨਾਂ ਦੇ ਕੰਮ ਵੰਡ ਦਿੱਤੇ ਗਏ ਕਿ ਬ੍ਰਾਹਮਣ ਮੁੱਖ ਤੋਂ ਪੈਦਾ ਹੋਇਆ, ਇਹ ਸਰੋਮਣੀ ਹੈ, ਸ੍ਰੇਸ਼ਟ ਹੈ, ਸਰਵ ਸ੍ਰੇਸ਼ਟ ਹੈ।
ब्राह्मण का काम है धर्म के फर्ज अदा करने, धर्म ग्रंथ पढ़ने, लोगों के मरने परने के सारे कारज ने करने। बाकी 3 वर्णा ने इस ब्राह्मण की पूजा करनी है। तो सच एवे एडी एडी गल बन गई कि मरण जन्म तो लैके मरण तक, मरण तो बाद भी कोई काम ऐसा नहीं जिहड़ा ब्राह्मण तो बिना हो सके। वो सारे काम ब्राह्मण ही करने ने जी। मैं बड़ा सरल जी बेनती करांगा। उस तो अगे खत्तरी, क्योंकि बावां चों पैदा होया, ये भुजबली है, ये बाहुबली है। खत्तरी का काम है कि इन्हें मैदाने जंग दे भी जाके लड़ना है, इन्हें जूझना है, इसका काम सिर्फ लड़ना है। उस तो अगे आ गया जी वैश्य। वैश्य का काम इन्हें खेती करनी है, इन्हें दुकानदारी करनी है, जिन्हों अज कह लो बिजनेस करना, व्यापार करना, खेती करनी, दुकानदारी करनी, ये वैश्य का काम है। 3 हो गए ब्राह्मण धर्म नाल संबंधित, खत्तरी जंग युद्ध नाल संबंधित, वैश्य जिहड़ा कारोबार नाल संबंधित, ते जिहड़ा शूद्र है उस शूद्र ने सच एवे कि इन्हां 3 वर्णा की हाज़री भरनी है। उन्होंने शूद्र नूं इन्हां 3 वर्णा की सेवा करनी पैनी है। फिर अगली गल, उसनूं हक नहीं कोई उन्ना जिन्ना उच्ची जात वाले नूं हक है दे आधार ते। इन फिर गल गुरमुख ध्यान नाल सुनो इस विषय नूं। भारत विच जन्म के आधार ते बंदे नूं उच्चा नीवा किया गया वर्ण वंड मुताबक। ब्राह्मण के घर मूर्ख भी पैदा होए पूजन योग है, तो शूद्र के घर भी जे आत्म ज्ञानी भी पैदा हो जाए तो शूद्र ही है। मेरी बेनती सुनियो, इसका मतलब कि जन्म करके बंदा उच्चा नहीं। मैंने थोड़ा जिहा होर समझ लिया आपां कि जे ब्राह्मण के घर जिहड़ा ब्राह्मण पैदा होया है वो अनपढ़ भी ब्राह्मण ही है, उन्हें ब्राह्मण ही रहना, क्योंकि जन्म ब्राह्मण कर होया है। खत्तरी कर जन्म लैण वाला खत्तरी रहेगा, वैश्य कर जन्म लैण वाला वैश्य रहेगा, शूद्र कर जन्म लैण वाले नूं शूद्र रहना पैना है। उत्थे जात के आधार ते बंदे उच्चे ते नीवे ने भारत विच सदियां तक चलिया। उस तो बाद महात्मा बुद्ध आए, क्योंकि उन्हें सब तो पहला भारती दर्शन ते जे किसी ने चोट मारी वो महात्मा बुद्ध ने मारी। जिहड़ी गल चंगी होवे नूं सानू कर लेनी चाहिए। मैं आवांगा गुरमत तक। महात्मा बुद्ध ने कहा भी नहीं, आ जिहड़ा तुसीं सिस्टम बनाई बैठे हो कि जन्म के आधार ते लोग उच्चे ते नीवें ने। मेरी बेनती समझ गया ना जी। जन्म के आधार ते मैं भावें पाप कर रहा पर मैं ब्राह्मण कर पैदा होया, मेरी जय जयकार है, मैनू सब कुछ माफ है। उन्हें क्या ना, ये गलत है। जन्म के आधार ते ना कोई बंदा वड्डा है ना कोई बंदा छोटा है। सच एवे इस धरती ते कर्म के आधार ते बंदा वड्डा ते नीवा है। जिहो जिहा बंदे दे कर्म ने वो जिहा उच्चा कर्म चंगे करने वाला ब्राह्मण है, शूद्र माड़े करने वाला शूद्र है। महात्मा बुद्ध तो बाद फिर भारत विच आउंदे ने जी मुसलमान। मैं बेनती करांगा, जदों इस्लाम आया उन्हें भी जात पात के उत्ते सट मारी। आप आना गुरमत तक। इसे समय ही इस्लाम के वेले ही कल मैं अर्ज की सी, जदों लोधियां का वेला है वो भगत कबीर साहब सिकंदर लोधी के वेले ने, उस वक्त इस्लाम का बोलबाला है। मध्य युग दे विच एक भगती लहर पैदा हुई। असल जेडे असीं भगत माने ये सारे साउथ चों शुरू हुई है भगती, सिमरन भगती जिन्हों आप कहने। हुण उन्हां भगतां ने इन्हां लोकां दी सदियां दी गुलामी उच्ची जात वालियां दी उन्होंने हर थां ते जलील किया जाना। मैं उदाहरण थोड़ियां देंगा कि जे किसी शूद्र ने अपने पिंड शहर विच आउणा है तो उच्ची जात वालियां दा महल्ला है, उन्होंने अपने गल विच ढोल पा के आउणा पैना ते ढोल वजा के लंघना पेगा। कोई उच्ची जात वाले दे तन ते शूद्र दा परछावां ना पै जाए। क्यों? क्योंकि ब्राह्मण उहदे नाल भिट जाएगा। उन्हां दे पानी दे खूह वखरे ने, उन्हां दे बर्तन वखरे ने, उन्हां दे मंजे वखरे ने। मैनूं बख्श दिया जे भारत दे पिंडां दी जिहड़ी बनतर है वो भी इस तरह है। जिन्हां नूं शूद्र कहा जाता सी उन्हां दे घर भी पिंड तो वखरे पासे हुंदे सन। इस तरह ही सी ना जी, वखरियां थावां। हुण उस वक्त भगतां नूं जिहड़ी ये गुलामी, याद रखियो गुलामी साल 2 साल 5 साल इत्थों तक कई बारी सदियां तक बंदे गुलामी करते रहिंदे आ। पर उस गुलामी विचों जदों आज़ादी की चिनक निकलती है ना,
ਉਹ ਸਦੀਆਂ ਦੀ ਗੁਲਾਮੀ ਨੂੰ ਸਾੜ ਕੇ ਰਾਹ ਕਰ ਦਿੰਦੀ ਹੈ। ਹੁਣ ਇਹ ਭਗਤ ਜਿਹੜੇ ਨੇ ਇਹਨਾਂ ਤੇ ਜ਼ੁਲਮ ਹੁੰਦਾ ਰਿਹਾ। ਅੰਦਰੋਂ ਇੱਕ ਆਵਾਜ਼ ਆਈ ਕਿ ਸਾਡਾ ਸਮਾਜ ਵਿੱਚ ਕੋਈ ਥਾਂ ਨਹੀਂ, ਸਾਡਾ ਸਮਾਜ ਵਿੱਚ ਕੋਈ ਸਤਿਕਾਰ ਨਹੀਂ, ਕੋਈ ਐਸੀ ਥਾਂ ਹੈ ਕਿ ਅਸੀਂ ਸੁਤੰਤਰਤਾ ਨਾਲ, ਅਸੀਂ ਆਜ਼ਾਦੀ ਨਾਲ ਜੀ ਸਕੀਏ। ਇੱਥੋਂ ਤੱਕ ਕਿ ਸ਼ੂਦਰ ਨੂੰ ਇਹ ਵੀ ਹੱਕ ਨਹੀਂ, ਉਹ ਧਰਮ ਗ੍ਰੰਥ ਵੀ ਨਹੀਂ ਪੜ੍ਹ ਸਕਦਾ। ਮੇਰੀ ਅਰਜ਼ ਸੁਣਿਓ ਧਿਆਨ ਨਾਲ, ਵੇਦਾਂ ਦਾ ਪਾਠ ਸ਼ੂਦਰ ਨਹੀਂ ਕਰ ਸਕਦਾ। 3 ਵਰਨਾਂ ਨੂੰ ਜਨੇਊ ਪਾਇਆ ਜਾਂਦਾ, ਬ੍ਰਾਹਮਣ, ਖੱਤਰੀ ਤੇ ਵੈਸ਼ ਨੂੰ ਜਨੇਊ ਪਾਇਆ ਜਾਂਦਾ। ਸ਼ੂਦਰ ਨੂੰ ਕੋਈ ਹੱਕ ਨਹੀਂ ਉਹ ਜਨੇਊ ਪਾ ਸਕੇ, ਨਾ ਉਹ ਜਨੇਊ ਪਾ ਸਕਦਾ ਹੈ, ਨਾ ਪਾਠ ਕਰ ਸਕਦਾ ਹੈ। ਮੈਂ ਥੋੜ੍ਹੀਆਂ ਗੱਲ ਆਪਾਂ ਬਾਣੀ ਚੋਂ ਲਵਾਂਗੇ। ਇੱਥੋਂ ਤੱਕ ਕਿ ਸ਼ੂਦਰ ਨੂੰ ਇਹ ਵੀ ਹੱਕ ਨਹੀਂ ਉਹ ਮੰਦਰ ਦੀ ਦਹਲੀਜ਼ ਟੱਪ ਕੇ ਅੰਦਰ ਘੰਟੀ ਵਜਾ ਕੇ, ਘੜਿਆਲ ਵਜਾ ਕੇ ਉਸ ਮੰਦਰ ਵਿੱਚ ਵੀ ਜਾ ਸਕੇ। ਉਦਾਹਰਨ ਦੇ ਤੌਰ ਤੇ ਭਗਤ ਨਾਮਦੇਵ ਜੀ ਨੂੰ ਮੰਦਰ ਵਿੱਚੋਂ ਧੱਕੇ ਮਾਰ, ਉਹਨੂੰ ਕੋਈ ਹੱਕ ਨਹੀਂ ਉਹ ਧਰਮ ਕਮਾ ਸਕੇ। ਇਹ ਉੱਥੋਂ ਦੀ ਹਾਲਾਤ ਸਨ। ਫਿਰ ਹੋਇਆ ਕੀ ਜੀ, ਇਸ ਜਾਤ ਪਾਤ ਤੇ ਭਗਤਾਂ ਨੇ ਫਿਰ ਕੁਝ ਚੁਭਵੀਂ, ਮੈਂ ਇੱਕ ਲਫ਼ਜ਼ ਵਰਤਾਂਗਾ, ਅੰਮ੍ਰਿਤ ਬਾਣੀ, ਇਹ ਚੁਭਵੇਂ ਸ਼ਬਦ ਵੀ ਕਹੇ, ਉਹ ਮੈਂ ਸਾਰੇ ਸਾਂਝੇ ਕਰਨੇ। ਕਿਉਂਕਿ ਅੱਜ ਭਗਤ ਜੀ ਨੇ, ਕਿਉਂਕਿ ਉਹਨਾਂ ਦੀ ਜਾਤ ਹੈ ਜੁਲਾ, ਆਮ ਤੌਰ ਤੇ ਮਜ਼ਾਕ ਕੀਤਾ ਜਾਂਦਾ, ਉਹਨਾਂ ਹਾਸਾ ਡਾਇਆ ਜਾਂਦਾ। ਜੀ ਇਹਨਾਂ ਨੂੰ ਅਕਲ ਵਾਹਿਗੁਰੂ ਮੈਨੂੰ ਬਖਸ਼ ਦਿਆ ਜੇ ਕੋਈ ਵੀਰ ਭੈਣ ਭਰਾ ਘਰ 'ਚ ਇਸ ਕਮਿਊਨਿਟੀ ਨਾਲ ਸੰਬੰਧਿਤ ਹੋਵੇ, ਬੜਾ ਡਰ ਲੱਗਦਾ ਹੈ ਕਿਤੇ ਉਹ ਸੋਚੇ ਵੀ ਮੈਂ ਕੋਈ ਗਲਤ ਉਹਨਾਂ ਦਾ ਅਪਮਾਨ ਕਰ ਰਿਹਾ। ਇਹ ਮਜ਼ਾਕ ਕੀਤਾ ਜਾਂਦਾ ਸੀ, ਇਹਨਾਂ ਨੂੰ ਸਮਝ ਕੋਈ ਨਹੀਂ। ਇਹਦੇ ਇੱਕ ਉਦਾਹਰਨ ਦਿੱਤੀ। ਇਸ ਸ਼ਲੋਕ ਦੀ ਵਿਆਖਿਆ ਕਰਦਿਆਂ ਮੈਂ ਬੇਨਤੀ ਕਰਾਂਗਾ, ਸੰਪਰਦਾਇ ਟੀਕਾ, ਇਹ ਆਪਣਾ ਬਾਬਾ ਅਮੀਰ ਸਿੰਘ ਸੱਤੋ ਵਾਲੀ ਗਲੀ, ਕਿਰਪਾਲ ਸਿੰਘ ਜੀ, ਉਸ ਤੋਂ ਅਦਾਰਾ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਉਹਨਾਂ ਦੇ ਟੀਕੇ 'ਚ ਮੈਂ ਉਦਾਹਰਨ ਤਾਂ ਦੇ ਰਿਹਾ ਵੀ ਇਸ ਕਰਕੇ ਨਹੀਂ ਮੈਂ ਪੜ੍ਹ ਕੇ ਆਇਆ ਸੰਗਤ ਜੀ, ਕਿਉਂਕਿ ਅੱਜ ਹਰ ਗੱਲ, ਹਰ ਬੰਦਾ ਜੱਜ ਹੈ, ਉਹਨੂੰ ਪ੍ਰੂਫ ਦੇਣਾ ਪੈਣਾ। ਮੈਂ ਇੱਕ ਵਾਰ ਕਥਾ ਕੀਤੀ ਜੀ, ਮੈਂ ਤਾਂ ਸੰਗਤ 'ਚ ਕਹਿ ਦੇਣਾ, ਕਥਾ ਮੈਂ ਗੁਰਬਾਣੀ 'ਚੋਂ ਕੀਤੀ, ਪਰ ਇੱਕ ਸੱਜਣ ਸੁਣਨ ਵਾਲੇ ਨੇ, ਮੈਂ ਨਾਂ ਨਹੀਂ ਲੈਣਾ, ਮੈਨੂੰ ਪਰਵਾਨਾ ਜੀ ਨੇ ਕਿਹਾ ਵੀ ਫਲਾਣਾ ASI ਹੈ, ਉਸੇ ਨਾਲ ਗੱਲ ਕਰ ਲਓ, ਤੁਹਾਡੇ ਵਿਰੁੱਧ ਥਾਣੇ ਦੇ ਵਿੱਚ ਰਿਪੋਰਟ ਦਿੱਤੀ ਗਈ ਹੈ ਕਿ ਤੁਸੀਂ ਆਹ ਗੱਲ ਸਾਡੀ ਕਮਿਊਨਿਟੀ ਦੀ ਗਲਤ ਕਹੀ। ਹਾਲਾਂਕਿ ਚਲੋ ਵੱਖਰਾ ਵਿਸ਼ਾ, ਮੈਂ ਕੋਈ ਸ਼ਬਦ ਗੁਰਬਾਣੀ ਤੋਂ ਨਿਕਲ ਕੇ ਨਹੀਂ ਕੀਤਾ। ਮੈਂ ਇਸ ਕਰਕੇ ਕਿਹਾ ਸੰਪਰਦਾਇ ਟੀਕੇ ਭਾਈ ਵੀਰ ਸਿੰਘ ਜੀ, ਗਿਆਨੀ ਹਰਬੰਸ ਸਿੰਘ ਜੀ ਟੀਕਾਕਾਰ, ਉਹ ਕਹਿੰਦੇ ਨੇ ਖਸਨ ਵਾਲੀ ਇੱਕ ਉਹਨਾਂ ਨੇ ਉਦਾਹਰਨ ਦਿੱਤੀ ਹੈ ਕਿ 10 ਜੁਲਾਹੇ, ਮੇਰੀ ਬੇਨਤੀ ਹੈ, ਉਹ ਚੱਲ ਪਿਆ ਤੇ ਰਸਤੇ 'ਚ ਆ ਗਿਆ ਦਰਿਆ। ਜੇ ਮਜ਼ਾਕ ਉਡਾਉਣਾ ਵੀ ਸਮਝ ਕੋਈ ਨਹੀਂ, ਉਹ ਤੁਰ ਪਿਆ, ਰਾਹ ਦਰਿਆ ਆਇਆ, ਉਹਨਾਂ ਦਰਿਆ ਪਾਰ ਕੀਤਾ ਤੇ ਪਾਰ ਕਰਨ ਤੋਂ ਬਾਅਦ ਕਹਿੰਦੇ ਆਪਣੀ ਗਿਣਤੀ ਤਾਂ ਕਰ ਲਓ, ਆਪਾਂ 10 ਦੇ 10 ਪੂਰੇ ਹਾਂ। ਬੜੀ ਵਾਰੀ ਸੁਣੀ ਹੋਣੀ ਤੁਸੀਂ ਗੱਲ। ਉਹ ਗਿਣਤੀ ਕਰਨ ਲੱਗਾ, ਪਹਿਲਾਂ ਇਹਨੇ ਸ਼ੁਰੂ ਕੀਤੀ, ਉਹਨੇ 1 2 3 4 9 ਗਿਣ ਲਏ, ਪਰ ਆਪਣੇ ਆਪ ਨੂੰ ਨਹੀਂ ਗਿਣਿਆ, ਨਾਲ ਹੀ ਰੋਣ ਲੱਗ ਪਏ। ਆਪਣਾ ਇੱਕ ਬੰਦਾ ਤੇ ਡੁੱਬ ਗਿਆ। ਆਪਾਂ ਆਏ 10 ਆ, ਰਹਿ ਗਏ 9 ਆ। ਉਹ ਦੂਜਾ ਕਹਿੰਦਾ ਮੈਂ ਗਿਣਨਾ, ਉਹਨੇ ਫਿਰ ਸ਼ੁਰੂ ਕਰਤਾ, ਉਹਨੇ ਵੀ ਆਪਣੇ ਆਪ ਨੂੰ ਨਹੀਂ ਗਿਣਿਆ, ਉਹ 9 ਫਿਰ ਉਹ ਵੀ ਰੋਂਦਾ, ਕਹਿੰਦਾ ਤੂੰ ਸੱਚਾ ਓਏ, ਇੱਕ ਡੁੱਬ ਗਿਆ ਆਪਣਾ ਬੰਦਾ। ਹੱਸਣੇ ਹਾਰਦਾ ਇਹ ਦਿੱਤਾ ਉਹਨਾਂ ਨੇ ਪ੍ਰਮਾਣ। ਤੀਜੇ ਚੌਥੇ ਇੰਨੇ ਚਿਰ ਨੂੰ ਹੋਰ ਬੰਦਾ ਲੰਘਿਆ, ਉਹਨੇ ਕਿਹਾ ਰੋਈ ਕਿਉਂ ਜਾਂਦੇ ਹੋ? ਉਹ ਕਹਿੰਦਾ ਜੀ 10 ਜਣੇ ਆਏ ਸਾਂ, ਇੱਕ ਡੁੱਬ ਗਿਆ, 9 ਰਹਿ ਗਿਆ। ਉਹ ਕਹਿੰਦਾ ਉਹਦੇ ਨਾਂ ਕੀ? ਕਹਿੰਦਾ ਨਾਂ ਪਤਾ ਨਹੀਂ, ਪਰ ਗਿਣਤੀ ਨਹੀਂ ਪੂਰੀ ਹੁੰਦੀ ਪਈ। ਉਹ ਕਹਿੰਦਾ ਬੰਦਾ 10 'ਚ ਡੁੱਬਿਆ ਹੋਣਾ, ਕੋਈ ਪਤਾ ਹੋਣਾ। ਕਹਿੰਦਾ ਨਹੀਂ ਗਿਣਤੀ। ਉਹਨੇ ਫਿਰ ਕਹਿੰਦਾ ਤੁਸੀਂ ਖਲੋ ਜੇ, ਨੇ ਕਤਾਰ 'ਚ ਖੜੇ ਕਰਕੇ 10 ਦੇ 10 ਗਿਣ ਦਿੱਤੇ ਤੇ ਮਜ਼ਾਕ ਕਰਨ ਲੱਗ ਪਿਆ। ਤੁਹਾਨੂੰ ਸਮਝ ਕੋਈ ਨਹੀਂ, ਤੁਹਾਨੂੰ ਅਕਲ ਕੋਈ ਨਹੀਂ। ਇੱਥੇ ਉਹਨਾਂ ਸਾਰੇ ਵਿਦਵਾਨਾਂ ਨੇ ਇਹ ਸ਼ਬਦ ਵਰਤਿਆ ਜੀ। ਕਬੀਰ ਸਾਹਿਬ ਕਹਿੰਦੇ ਨੇ ਮੇਰੀ ਜਾਤ ਦਾ ਲੋਕ ਮਜ਼ਾਕ ਉਡਾਉਂਦੇ ਨੇ, ਮੇਰੀ ਜਾਤ ਨੂੰ ਹੱਸਦੇ ਨੇ। ਮੈਂ ਆਪ ਨੂੰ ਜਿਹੜੀ ਅਗਲੀ ਬੇਨਤੀ ਕਰਨ ਲੱਗਾ, ਹੁਣ ਮੱਧ ਯੁੱਗ ਜਦੋਂ ਆਇਆ, ਜਦੋਂ ਭਗਤੀ ਮੂਵਮੈਂਟ ਆਈ, ਉਸ ਵਕਤ ਇਹਨਾਂ ਭਗਤਾਂ ਨੇ ਪਰਮਾਤਮਾ ਦੀ ਇਬਾਦਤ ਕੀਤੀ, ਬੰਦਗੀ ਕੀਤੀ। ਅੰਦਰੋਂ ਇੱਕ ਆਵਾਜ਼ ਪੈਦਾ ਹੋਈ ਵੀ ਜਾਤ ਦੇ ਨਾਂ ਤੇ ਸਾਨੂੰ ਧੱਕਾ ਕੀਤਾ ਜਾਏ, ਕਿਉਂਕਿ ਭਗਤਾਂ ਤੋਂ ਬਾਅਦ ਫਿਰ ਆਪਾਂ ਗੁਰਮਤ ਵਾਲਾ ਪੱਖ ਲਾਂਗੇ। ਇਸ ਵਿੱਚ ਮੈਂ ਆਪ ਨੂੰ ਵਰਜ ਕਰਾਂ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮਤ ਦਾ ਨਜ਼ਰੀਆ ਕੀ ਹੈ ਜਾਤ ਪਾਤ ਪਰੇ, ਗੁਰੂ ਨਾਨਕ ਸਾਹਿਬ ਦਾ ਨਜ਼ਰੀਆ ਕੀ ਹੈ? ਤੁਸੀਂ ਇੱਕ ਪਾਠ ਰੋਜ਼ ਕਰਦੇ ਹੋ, ਅਸੀਂ ਆਮ ਤੌਰ ਤੇ ਲੋਕ ਕਹਿੰਦੇ ਛੱਡੋ ਇਹ ਤਾਂ ਯਾਰ ਕਮੀਨ ਹੈ, ਇਹ ਸ਼ਬਦ ਵਰਤੇ, ਇਹ ਕਮੀ ਨੇ, ਇਹ ਕਮਜ਼ਾਤ ਨੇ। ਗੁਰੂ ਨਾਨਕ ਸਾਹਿਬ ਬਿਲਕੁਲ ਜਾਤ ਨੂੰ ਮੰਨਦੇ ਆ। ਉਹ ਕਹਿੰਦੇ ਕਮਜ਼ਾਤ ਹੁੰਦੇ ਨੇ, ਪਰ ਜਨਮ ਦੇ ਆਧਾਰ ਤੇ ਕੋਈ ਕਮੀਨ ਤੇ ਕਮਜ਼ਾਤ ਨਹੀਂ।
ਜਿਹੜਾ ਸਭ ਕੁਝ ਰੱਬ ਦੀਆਂ ਦਾਤਾਂ ਲੈ ਕੇ ਰੱਬ ਦੀ ਬੰਦਗੀ ਨਹੀਂ ਕਰਦਾ, ਉਦੋਂ ਵੱਡਾ ਕਮਜ਼ਾਤ ਕੋਈ ਨਹੀਂ। ਦੇਖੋ ਉਹਨਾਂ ਨੇ ਕਿਹੜਾ ਵਿਚਾਰ ਪੇ, ਤੁਸੀਂ ਰੋਜ਼ ਕਰਦੇ ਹੋ, ਖਸਮ ਵਿਸਾਰੈ ਤੇ ਕਮਜ਼ਾਤ। ਜਿਹੜਾ ਬੰਦਾ ਜ਼ਿੰਦਗੀ ਦੇ ਆਦੇਸ਼ ਨੂੰ ਭੁੱਲ ਗਿਆ, ਉਹਨੂੰ ਸਮਝ ਕੋਈ ਉਦੇਸ਼ ਹੀ ਕੋਈ ਨਹੀਂ। ਮਾਰੇ ਕਹਿੰਦੇ ਜਿਹੜਾ ਪ੍ਰਮਾਤਮਾ ਨੂੰ ਵਿਸਾਰ ਦੇਵੇ, ਉਦੋਂ ਵੱਡਾ ਕਮਜ਼ਾਤ ਕੌਣ ਹੈ? ਸਭ ਤੋਂ ਨੀਵੀਂ ਜ਼ਾਤ ਵਾਲਾ ਹੋਵੇ ਜਿਹਨੂੰ ਪ੍ਰਮਾਤਮਾ ਭੁੱਲ ਗਿਆ। ਉੱਥੇ ਇਹ ਨਹੀਂ ਕਿਹਾ ਵੀ ਉਹ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ। ਖਸਮ ਵਿਸਾਰੈ ਤੇ ਕਮਜ਼ਾਤ, ਨਾਨਕ ਨਾਮੈ ਬਾਝ ਸੁਨਾਤ। ਹੁਣ ਗੁਰਮਤਿ ਨੇ ਜਿਹੜਾ ਨਜ਼ਰੀਆ ਪੇਸ਼ ਕੀਤਾ, ਮੈਂ ਪਹਿਲਾਂ ਉਹ ਅਰਜ਼ ਕਰਾਂਗਾ, ਕਿਉਂਕਿ ਸੁੱਚ ਪਿੱਟ ਬੜੀ ਹੈ। ਭਾਂਡੇ ਵੱਖਰੇ ਰੱਖੇ ਜਾਂਦੇ ਸਨ ਜੀ, ਤੁਹਾਨੂੰ ਪਤਾ ਹੋਣਾ, ਆਪਣੇ ਘਰਾਂ 'ਚ ਵੀ ਮੰਜੀ ਤੇ ਨਹੀਂ ਸੀ ਬੈਠਣ ਦਿੱਤਾ ਜਾਂਦਾ। ਉਹ ਬੰਦੇ ਸਾਡੇ ਕਮਰਿਆਂ 'ਚ ਨਹੀਂ ਸਨ ਵੜ ਸਕਦੇ, ਜੋ ਵੇਖਦੇ ਹਾਂ ਆਪਾਂ ਬਹਿੰਦੇ ਰਹੇ ਸਿਸਟਮ। ਪਰ ਨਹੀਂ ਪਿਆਰਿਓ, ਗੁਰਮਤਿ ਨੇ ਗੱਲ ਪੇਸ਼ ਕੀਤੀ ਕਿ ਪਰਮਾਤਮਾ ਦੀ ਭਗਤੀ ਕਰਨ ਵਾਲਾ ਕਿਸੇ ਵੀ ਘਰਾਣੇ ਵਿੱਚ ਪੈਦਾ ਹੋਵੇ, ਉਹ ਚੰਮ ਦਾ ਕੰਮ ਕਰਨ ਵਾਲੇ ਘਰ ਪੈਦਾ ਹੋਵੇ, ਉਹ ਕੱਪੜੇ ਰੰਗਣ ਵਾਲੇ ਦੇ ਘਰ ਪੈਦਾ ਹੋਵੇ, ਉਹ ਹਲ ਵਾਹਣ ਵਾਲੇ ਦੇ ਘਰ ਪੈਦਾ ਹੋਵੇ, ਜਿਹਨੂੰ ਸ਼ੂਦਰ ਕਹਿੰਦੇ ਹੋ, ਜਿਹਨੇ ਪਰਮਾਤਮਾ ਦੀ ਭਗਤੀ ਕੀਤੀ। ਗੁਰੂ ਨਾਨਕ ਸਾਹਿਬ ਦੀ ਆ ਗੱਲ ਧਿਆਨ ਨਾਲ ਸੁਣਿਓ, ਕਹਿੰਦੇ ਪਰਮਾਤਮਾ ਮੈਂ ਝੋਲੀ ਅੱਡ ਕੇ ਉਸ ਭਗਤ ਦੇ ਦਰ ਤੇ ਖੈਰ ਮੰਗਣ ਆਇਆ ਕਿ ਭਗਤੀ ਕਰਨ ਵਾਲਿਆ ਮੇਰੀ ਝੋਲੀ 'ਚ ਖੈਰ ਪਾ ਦੇ, ਜਿਸ ਰੱਬ ਦੇ ਤੂੰ ਦਰਸ਼ਨ ਕੀਤੇ। ਆਹ ਹੈ ਗੁਰਮਤਿ ਦਾ ਨਜ਼ਰੀਆ। ਇੱਕ ਸ਼ਬਦ ਆਪਾਂ ਪੜ੍ਹਨੇ ਆ, ਇਹ ਸ਼ਬਦ ਹੈ ਮਹਾਰਾਜ ਜੀ ਦਾ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ। ਤਿਲੰਗ ਰਾਗ ਦਾ ਦੂਜਾ ਸ਼ਬਦ ਹੈ ਜੀ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੂ ਨੀਤਾ ਨੀਤ। ਥੋੜੇ ਜਿਹੇ ਅਰਥ ਆਪਾਂ ਇਹਦੇ ਕਰ ਲਈਏ ਜੀ। ਮੈਂ ਕੱਲ ਵੀ ਕਿਹਾ ਸੀ ਜੀ, ਜਿੱਥੇ ਕਥਾ ਕਰਨ ਜਾਣਾ ਬੇਨਤੀ ਕਰਨਾ ਉਹਨਾਂ ਕਿ ਜਿਹੜੀ ਸੰਗਤ ਗੁਰਬਾਣੀ ਦਾ ਸਹਿਜ ਪਾਠ ਕਰਦੀ ਹੈ ਜਾਂ ਗੁਰਬਾਣੀ ਦਾ ਅਭਿਆਸ ਕਰਦੇ ਨਾ ਜੀ, ਉਹਨਾਂ ਨੂੰ ਮੇਰਾ ਖਿਆਲ ਅਰਥ ਕਰਨ ਦੀ ਵੀ ਲੋੜ ਨਹੀਂ ਪੈਂਦੀ, ਆਪਣੇ ਆਪ ਸਮਝ ਪਈ ਜਾਂਦੀ ਹੈ। ਤੇ ਜੇ ਅਸੀਂ ਅਭਿਆਸ ਨਹੀਂ ਕਰਦੇ, ਗੁਰਬਾਣੀ ਦਾ ਸਹਿਜ ਪਾਠ ਨਹੀਂ ਕਰਦੇ, ਠੀਕ ਹੈ ਮੈਂ ਪ੍ਰਮਾਣ ਦੇਈ ਜਾਵਾਂਗਾ, ਇਸ ਤਰ੍ਹਾਂ ਹੀ ਲੱਗੇਗਾ ਜਿਵੇਂ ਸਹਿਜ ਪਾਠ ਹੋ ਰਿਹਾ। ਮਹਾਰਾਜ ਕੀ ਕਹਿ ਰਿਹਾ? ਭਉ ਤੇਰਾ ਭਾਂਗ। ਭਉ ਦਾ ਅਰਥ ਹੈ ਡਰ, ਕਿ ਪ੍ਰਮਾਤਮਾ ਵਾਹਿਗੁਰੂ ਜੀ ਤੁਹਾਡਾ ਭੈ ਮੇਰੇ ਵਾਸਤੇ ਭੰਗ ਹੈ। ਤੁਹਾਨੂੰ ਪਤਾ ਹੋਣਾ, ਭੰਗ ਪੀਣ ਵਾਲੇ ਥੈਲੀ ਵਿੱਚ ਭੰਗ ਪਾਉਂਦੇ ਹੁੰਦੇ ਆ। ਪਰ ਮੇਰੀ ਇੱਕ ਬੇਨਤੀ ਹੈ ਜੀ, ਯਾਦ ਰੱਖਿਓ, ਗੁਰਮਤਿ ਵਿੱਚ ਕਿਸੇ ਤਰ੍ਹਾਂ ਦੇ ਨਸ਼ੇ ਨੂੰ ਵੀ ਸਵੀਕਾਰ ਨਹੀਂ ਕੀਤਾ ਗਿਆ। ਇਹ ਬੜੀ ਗੱਲ ਸਪਸ਼ਟ ਹੈ। ਇੱਕ ਜਿਹੜਾ ਤੁਸੀਂ ਸ਼ਬਦ ਪੜ੍ਹਦੇ ਹੋ ਨਾ, ਨਾਮ ਖੁਮਾਰੀ ਨਾਨਕਾ, ਇਹ ਬਾਣੀ 'ਚ ਤਾਂ ਹੈ ਨਹੀਂ, ਇਹ ਜਨਮ ਸਾਖੀ 'ਚ। ਜਨਮ ਸਾਖੀ 'ਚ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਇਹ ਪੂਰਾ ਨਹੀਂ। ਉੱਥੇ ਲਫ਼ਜ਼ ਕਹੇ ਪੋਸਤ ਭੰਗ ਅਫੀਮ ਮਦ ਉਤਰ ਜਾਏ ਪ੍ਰਭਾਤ। ਤਿੰਨ ਸ਼ਬਦ ਵਰਤੇ। ਪੋਸਤ ਸਮਝਦੇ ਆਪਾਂ, ਭੰਗ ਤੇ ਅਫੀਮ। ਪੋਸਤ ਭੰਗ ਅਫੀਮ ਮਦ, ਮਦ ਦਾ ਅਰਥ ਨਸ਼ਾ, ਸ਼ਰਾਬ। ਪੋਸਤ ਭੰਗ ਅਫੀਮ ਮਦ ਉਤਰ ਜਾਏ ਪ੍ਰਮਾਦ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਹੁਣ ਨਾਮ ਖੁਮਾਰੀ ਦੇ ਸਾਰੇ ਦੱਸ ਦਿੰਦੇ ਆ, ਪਿਛਲੀ ਗੱਲ ਕੋਈ ਨਹੀਂ ਕਰਦੇ, ਕਿਉਂਕਿ ਉਹ ਕਈ ਬੰਦੇ ਛਕਦੇ ਹੁੰਦੇ ਆ। ਮੇਰੇ ਇਸ ਕਰਕੇ ਬੇਨਤੀ ਹੈ ਜੀ, ਉੱਥੇ ਸ਼ਬਦੇ ਲਿਖੇ ਨੇ। ਗੁਰੂ ਸਾਹਿਬ ਕਹਿ ਰਿਹਾ ਭਉ ਤੇਰਾ ਭਾਂਗ, ਉਹ ਭੰਗ ਪੀਣ ਵਾਲਿਓ ਮੇਰੇ ਵਾਸਤੇ ਪਰਮੇਸ਼ਵਰ ਦਾ ਭੈ, ਉਹਦੇ ਤੋਂ ਡਰ ਕੇ ਰਹਿਣੀ ਮੇਰੇ ਵਾਸਤੇ ਭੰਗ ਹੈ। ਖਲੜੀ ਮੇਰਾ ਚੀਤ। ਪਰ ਯਾਦ ਰੱਖਿਓ, ਵਿਸ਼ੇ ਤੋਂ ਦੂਰ ਨਹੀਂ ਜਾਣਾ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ। ਕਥਾ ਇਹ ਚੱਲ ਰਹੀ, ਕਹਿੰਦੇ ਪ੍ਰਮਾਤਮਾ ਦਾ ਭੈ ਮੇਰੇ ਲਈ ਭੰਗ ਹੈ। ਤੇ ਭੰਗ ਪੀਣ ਵਾਲੇ, ਉਹਨਾਂ ਕੋਲ ਥੈਲੀ ਹੁੰਦੀ, ਉਹ 'ਚ ਭੰਗ ਪਾਈ ਹੁੰਦੀ। ਮਹਾਰਾਜ ਕਹਿੰਦੇ ਚੀਤ, ਮੈਂ ਆਪਣੇ ਚਿੱਤ ਦੀ ਥੈਲੀ ਵਿੱਚ ਪਰਮਾਤਮਾ ਦੇ ਭੈ ਦੀ ਭੰਗ ਪਾ ਲਈ ਹੈ। ਕਿੱਡੀ ਵੱਡੀ ਗੱਲ ਹੈ ਜੀ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ। ਭੰਗ ਪੀ ਕੇ ਬੰਦਾ ਦੀਵਾਨਗੀ ਜਾਂਦਾ ਹੈ। ਕਹਿੰਦੇ ਮੈਨੂੰ ਤਾਂ ਜਿੱਦਣ ਦਾ ਰੱਬ ਤੋਂ ਭੈ ਲੱਗਣ ਲੱਗ ਪਿਆ, ਮੈਂ ਉਹਦੇ ਭੈ ਵਿੱਚ ਹੀ ਦੀਵਾਨਾ ਹੋਇਆ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਪਿਆ ਅਤੀਤ। ਕਰ ਕਾਸਾ, ਕਰ ਦਾ ਲਫ਼ਜ਼ੀ ਅਰਥ ਹੈ ਹੱਥ, ਕਾਸਾ ਦਾ ਅਰਥ ਹੈ ਖੱਪਰ। ਕਰ ਕਾਸਾ ਦਰਸ਼ਨ ਕੀ ਭੂਖ। ਪਰਮਾਤਮਾ ਜੀ ਮੈਂ ਤੇਰੇ ਦਰਸ਼ਨਾਂ ਦੀ ਖੈਰ ਵਾਸਤੇ ਭੁੱਖ ਲੈ ਕੇ ਹੱਥ ਵਿੱਚ ਖੱਪਰ ਪਕੜ ਕੇ ਆਇਆ, ਕਾਸਾ ਪਕੜ ਕੇ ਆਇਆ। ਮੈਂ ਦਰ ਮੰਗੂ ਨੀਤਾ ਨੀਤ, ਮੈਂ ਤੇਰੇ ਬੂਹੇ ਤੇ ਖਲੋ ਕੇ ਰੋਜ਼ ਕਹਿਣਾ
आम तौर ते महाराज कहते ਜਿਹੜੇ दीवाने ने मस्ताने ने चिप्पियां पकड़ के लोकां दे बूहियां तो रोटी मंगदे आ, अन्न मंगदे आ। मैं खप्पर भावना दा बना के लिआया ते मंगण आया वा तेरे दीदार दी खैर मैनू कोई दे दे, मैनू अन्न नहीं चाहिए। कर कासा दर्शन की भूख मैं दर मांगू नीता नीत, तो दर्शन की करो समाए। समाए का लफ्जी अर्थ होंदा जी आवाज़ देनी। बजुर्गों को पता है जिहड़े पंजाब च जिन्होंने बचपन बतीत किया जी, अपने पिंडां च भी ते शहरां च भी जदों लोग सुते हुंदे सन ना जी, ते अमृत वेले सूफी फकीर जिहड़े दरवेश कई बारी जोगी भी वो सवेरे सवेरे गाउंदे सन गलियां विच। तुहानूं पता होना है ये भाग जिन्हां दे माड़े दित्ती बांग तो नहीं जागदे, बड़े उन्हां दे अपने आनंद सी जी, उन्हां दी आवाज़ दा रस सी। वो पहला लोग सुते होने उन्हां सारियां गलियां च गाई जाना, ते जदों थोड़ा जिहा दिन चढ़दा सी ना फिर एक एक बूहे अगे गाउंदे खलो जाते सन। वो झोली अड्ड के नहीं सन मंगते, लोग अपने आप कुछ ना कुछ दे जाते सन। तुहानूं पता होना वो महाराज कह रहे इत्थे, महाराज कहते तो दर्शन की करो समाए। मंगण वाला दरवेश कोई अन्न मंगदा, कोई भोजन मंगदा है, मैं सवेरे सवेरे तेरे दर्शनां दी दात वास्ते आवाज़ पा देना, मैं दर मंगत भीख्या पाए। हुण अगली बेनती सुनियो कि भगत लई गुरु ग्रंथ साहिब विच किहड़े बचन ने। वो शब्द है क्योंकि सुच पिट बड़ी मन्नी जाती है। उंज वैसे सफाई रखनी चंगी गल है। हुण कई सज्जन जिहड़े हत्थ धोंदे ने आ परना सी गल च पाया जी, मैं भी तुसीं देखिया होना कई सिंह जिहड़े ने वो हाथ थल्ले परना रख के मत्था टेकदे आ ना, ते कई कह जाणगे पखंड। ये पखंड नहीं भाई, जिन्हें गुरु ग्रंथ साहिब की ताबिया जाना है, मान लो तो हाथ धो के आया है, जिन्ने मर्जी सिखा लो, इन्हां रखावां दे विच नमी रह जाती है। जदों इन्हें थल्ले हथ लाना है, इत्थे हो सकता किसी दे पैरां नाल आए हुए रेत दे कण होण, वो हथ लगेगा, वही हथ लैके महाराज ताबिया चले जाएगा। पखंड नहीं, ये जरूरी है। जिन्हें महाराज दे चरना जाना है, ये सानू अदब रखना बहुत जरूरी है। अर्ज है कि उस वक्त सुच पिट मन्नी गई। मान लो किसी शूदर ने पानी नूं हथ लाता, पानी डोल दिओ, पानी नहीं पीना, ये पिट गया है। किसी ने दुध नूं हथ ला दिता, दुध रोड़ दिओ, ये दुध नहीं पीना, इनू शूदर ने हथ ला दिता। किसी ने मान लो रोटी नूं हथ ला दिता, आटे नूं, ये आटा सड़ दिओ, डंगरां अगे पा दिओ, ये पिट गया। बाबा जी कहते ने सुच पिट वाला इन्ना चलाक है, ਜਿਹੜੀਆਂ चीज़ां सस्तियां ने उन्हां दी सुच पिट बना ली, ਜਿਹੜੀਆਂ कीमती महंगियां ने कहता कोई नहीं, ये शूदर के घरों भी आ जान तां भी ठीक ही ने। हुण महाराज ने जिहड़े शब्द वरते ने, मैं कई बारी कथा करना, केसर कुसम मिर्ग मैं खरना। अर ध्यान न सुनियो, केसर आपनूं पता है भारत विच कश्मीर च केसर बड़ा हुंदा है, स्विट्जरलैंड केसर हुंदा है। हुण मान लो किसी बंदे ने केसर की खेती की, तो उस खेती नूं पालन वाला शूदर है, मान लो 100 कालज लोग कहते, मैं नहीं कह रहा, तथाकथ लोग, उन्हें केसर नूं पानी लाया, उन्हें केसर नूं संभालिया, उन्हें केसर की पैकिंग की। जदों वो वेचण आए तो किसी ब्राह्मण ने किसी उच्ची जात वाले नहीं पूछा भी आ जिहड़ा केसर लिआंदा इहनूं किन्ने किन्ने हथ लाया, किते शूदर ने नहीं लाया, पिट गया होवे। वो कहता नहीं नहीं, ये केसर जिदे मर्जी हथ चो आ जाए, ये इन्ना पवित्र है, कदी पिटदा नहीं, क्योंकि केसर कीमती है। वो कहता ये सुच्चा ही है। बाबा जी ने क्या उदाहरण ली भी भगत की है। अगला शब्द कुसम, कुसम दर ते फुल। हुण मल ही फुल पालदा है, मालन फुल तोड़ के उहदा सेहरा बनाती है। याद रखियो, साडे गुरुद्वारियां च दरबार साहब जदों किसी नूं गल, असीं भी जाने हजूर साहब पाने ना, आम तौर पर कहा जाता जी ये हार पा दिता। गुरमत विच उत्थे किसी थां ते नहीं कहते हार पाया जाता, उत्थे कहा जाता इहनूं गुरु घर वालों सेहरा दिता गया है। ये नुकता ध्यानयोग है। उत्थे जदों गल चीज़ नूं आपां हार कहने ना, उत्थे गुरमत की शब्दावली च कोई नहीं कहता नूं हार पाया, क्योंकि हार तां हारिया होया नूं पाया जाता है, तो सिर उन्हां दे सिर ते बजदे ने जिहड़े जित के आउंदे आ। मेरे मन च आया हजूर साहब दी गए तो कहते जी सेहरा मिलिया। हरमंदर साहब मैं गया, कहते भाई साहब आ गुरु रामदास के घर का सेहरा। मेरे मन च उत्थे आ गया, हार क्यों नहीं कहते।
फिर मैं एक दिन पूछा सिंह साहब नूं, वो कहंदे हाँ जी हार तां उंज लोकी जित्तियां होयां नूं पाण लग पए आ, पर वो इस करके पाते आ भी ढोल वजदा पिया तेनू जिता के लियाए आ, पर जिहड़ा तेरे गल च पाया हार है चेते रखी, जे जिता सकने कल नूं हरा भी सकने। जिहड़ा सेहरा है ना वो हार दा ते सूचक ही नहीं हैगा। सेहरा जित्तियां होयां लई वेखो, इहदा सेहरा विआह नाल ना समझियो, आपां कहने इस काम दा सेहरा इहदे सिर ते जांदा, इहदा मतलब है जित्ते होए। हुण फुੱਲ जिहड़ा उहनूं मालन तोड़ के लियाई, उहने गुंद दिता, कहन लगे मंदिर विच पुष्प आ गए, फुੱਲ आ गए। कदी किसी ने मंदिर के पुजारी ने पूछया जेड़े फुੱਲ लैके आए हो ये किहड़ी जात के बंदे सन जिन्हां ने फुੱਲ पैदा किए ने भेडे, ये किहड़ी जात के मालन? वो कहंदे ना ना फुੱਲ शुद्ध ही हुंदे आ, फुੱਲ अपवित्र नहीं। एक केसर, दूजा फुੱਲ, तीसरी मैं बेनती करांगा केसर कुसम मिर्गमय, बाणी कह मिर्ग हरन, मैद अर्थ मध जिन्हों कस्तूरी कहने। मिर्ग की नाभि विच कस्तूरी हुंदी है जी, पर सारे मिर्ग जिहड़े ने उन्हां च कस्तूरी नहीं हुंदी, विरला विरला हुंदा कस्तूरिया मिर्ग। हुण उस मिर्ग नूं जदों किसी ने चीरना, उच्ची जात वाले ने थोड़ा चम दा काम करन वाला, उन्हें मिर्ग नूं चीरिया, उहदे कस्तूरी उहदी नाभि चों कढ रही नापा, वो बड़ी कीमती हुंदी। जदों किसी उच्ची जात वाले नूं पकड़ाई, वो ये नहीं पुछदा भी इस मिर्ग नूं चीरिया किन्ने, किदे हत्थ विचों कस्तूरी निकली। वो कहंदा नहीं नहीं इस मसले च कस्तूरी शास्त्र कहंदा पवित्र ही हुंदी, क्योंकि वो भी कीमती है। केसर कुसम मिर्ग में अगला शब्द है खरना। इत्थे खरन का अर्थ विद्वान पुरुषों ने किया सोना, हरना का अर्थ हिरन नहीं किया, सोना। वो कहंदे आ कि एक बंदा सोना खरीदन गया है, एक वेचन गया है। मान लो वेचन वाला ਉਹਦੇ परिवार विचों जिहदे घर चों सोना वेचन आए ने वो नीवीं जात दा है। सुनार कदी ये नहीं कहता भी तेरे घर चों आए सोने का रेट घट है, ये इन्ने रुपये तोला घट होगा। कहता नहीं, सोना किसी के हत्थ वाली होवे वो पवित्र ही रहिंदा है। बाबा जी कहते भले लोको, एक केसर, दूजा फुੱਲ, तीजी कस्तूरी मिर्ग दी, चौथी सोना, इन्हां दी कोई सुच पिट नहीं हुंदी, ये अपवित्र नहीं हुंदे, ये पवित्र ही हुंदे ने। भगत किसी भी जात विच पैदा हो जाए, रब की भगती करन लग पाए, इत्थे भी पवित्र हुंदे ने, रब के घर विच भी पवित्र हुंदे ने। महाराज ने शब्द वरते केसर कुसम मिर्ग में करना सर्व शरीरी चरना। अगला बचन है चंदन, भगतां जोत अनेकी। चंदन सब नूं सुगंधी दिंदा है, ते भगती करने वाला भगत जिहड़ा है वह भी सब नूं नाम की सुगंधी दिंदा है। चंदन भगतां जोत अनेकी सर्वे परमल करना। घे भट, घे दा अर्थ घ्यो। गुरमुखो घ्यो नूं मैं साडे ते नहीं, जे उन्हां दे मत अनुसार देखो घ्यो कोई बंदा भी हथ ला लेना वो कहते हैं ये अपवित्र नहीं, ये पवित्र ही है। महाराज जी कहते घ्यो अपवित्र नहीं, पवित्र रहिंदा है। ते रेशम का कपड़ा भी पवित्र है। गुरु जी कहते जिवें घ्यो ते रेशम का कपड़ा, सोना, फुੱਲ, मिर्ग की कस्तूरी, ये सारिया थावां ते प्रवान ने। भाई जात के आधार पर भगती करने वाले नूं माड़ा मत कहो। कहते मैं इन्हां दे दर ते खैर मंगना, ये इत्थे भी प्रवान ने, प्रभु के घर विच भी प्रवान ने। ये गुरमत का नज़रिया है भगत बारे। के पट भांडा कहे ना कोई, ऐसा भगत वर्ण में होए, तेरा नाम निवै रह लिवलाए, नानक तिन दर भीख्या पाए। दो तीन बचन असीं होर लैने, ये साडे च भी हो गया जी। गुस्सा ना करियो इस गल का, बहुत ज़्यादा जात के आधार पर अपना जिहड़ा सारा मसला अज विगड़िया पिया ना, असीं रौला तो पा देने भी फलाना धर्म इन्ना प्रचार कर गया, खिंच के लै गया। कुछ तो वो खिंच के लै गए, कुछ साडे हंकार ने उन्होंने दूर कर दिता। फिर याद रखियो, कोई समाज होवे, कोई बंदे होण, जिथे ईरखा दे नाल दूरी बन लग पे, लोग एक दूजे नूं नहीं पसंद करते, फिर नफरत जिहड़ी होर दूरी बना देंदी। आपां पिंडां नहीं कहंदे जी, क्या जांदा मैं पंजाब च आके सुनिया ये जी गुरुद्वारे ते तीन ने, एक अधर्मियां दा है। ये क्यों अधर्मी शब्द कित्थों पैदा हो गया जी?
ਇਹ ਉਹਨਾਂ ਦਾ ਗੁਰਦੁਆਰਾ ਹੈ। ਇੱਥੋਂ ਤੱਕ ਆਪ ਜੀ ਨੂੰ ਸ਼ਾਇਦ ਗਿਆਤ ਹੋਵੇ, ਸ਼ੇਰੇ ਪੰਜਾਬ ਦੇ ਰਾਜ ਤੋਂ ਬਾਅਦ ਇਹੋ ਜਿਹਾ ਸਮਾਂ ਆ ਗਿਆ ਸੀ, ਹਰਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਮੂਰਤੀਆਂ ਦੀ ਆਰਤੀ ਹੁੰਦੀ ਸੀ। ਪਤਾ ਹੋਣਾ ਆਪ ਜੀ ਨੂੰ, ਸਿੰਘ ਸਭਾ ਮੂਵਮੈਂਟ ਤੋਂ ਪਹਿਲਾਂ। ਮੈਂ ਇੱਕ ਉਦਾਹਰਨ ਆਪ ਜੀ ਨੂੰ ਦੇਣੀ ਚਾਹਨਾ। ਇੱਥੋਂ ਤੱਕ ਕਿ ਜਿਹੜੇ ਨੀਵੀਂ ਜਾਤ ਦੇ ਲੋਕ ਕਹਿੰਦੇ ਸਨ ਜਿਨ੍ਹਾਂ ਸਿੱਖਾਂ ਨੂੰ, ਉਹਨਾਂ ਦੀ ਦੇਗ ਦਾ ਸਮਾਂ ਨਿਰਧਾਰਿਤ ਹੁੰਦਾ ਸੀ। ਹੁਣ ਤੇ ਦੇਗ ਆਪਾਂ ਸਾਰੇ ਲੈ ਜਾਂਦੇ ਆ ਨਾ, ਪਹਿਲਾਂ ਦੇਗ ਘਰਾਂ ਚੋਂ ਬਣ ਕੇ ਆਉਂਦੀ ਸੀ। ਅੱਜ ਤੁਹਾਨੂੰ ਪਤਾ ਸਿਰਫ ਇੱਕ ਦੇਗ ਹਰਿਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਬਾਬਾ ਸ਼ਾਮ ਸਿੰਘ ਜੀ ਦੇ ਸਥਾਨ ਤੋਂ ਆਉਂਦੀ, ਡੇਰੇ ਤੋਂ। ਬਾਕੀ ਸਾਰੀ ਦੇਗ ਤੁਹਾਨੂੰ ਪਤਾ ਹਰਿਮੰਦਰ ਸਾਹਿਬ ਦੇ ਪਰਿਕਰਮਾ 'ਚ ਬਣਦੀ। ਉਸ ਵਕਤ ਜਿਨ੍ਹਾਂ ਨੂੰ ਉਹ ਪੁਜਾਰੀ ਕਹਿੰਦੇ ਸਨ, ਮੈਂ ਆਪਣੇ ਮੂੰਹ 'ਚੋਂ ਨਹੀਂ ਕਹਿ ਰਿਹਾ ਜੀ, ਜਿਨ੍ਹਾਂ ਨੂੰ ਪੁਜਾਰੀ ਕਹਿੰਦੇ ਸਨ ਇਹ ਸ਼ੂਦਰ ਨੇ ਜੀ। ਇਹਨਾਂ ਦੀ ਦੇਗ ਦਾ ਸਮਾਂ ਨਿਰਧਾਰਿਤ ਹੈ। ਉਸ ਤੋਂ ਅੱਗੇ ਪਿੱਛੇ ਜੇ ਦੇਗ ਲਿਆਉਂਦੇ ਸਨ, ਉਹਨਾਂ ਦੀ ਦੇਗ ਸਵੀਕਾਰ ਨਹੀਂ ਸੀ ਕੀਤੀ ਜਾਂਦੀ। ਇਹ ਘਟਨਾ ਵਾਪਰੀ ਦਰਬਾਰ ਸਾਹਿਬ। ਤੁਹਾਡੇ ਫਲੋਰ ਤੋਂ ਜਲੰਧਰ ਨੂੰ ਜਾਈਏ, ਇੱਕ ਪਿੰਡ ਹੁੰਦਾ ਬਕਾਪੁਰ, ਇੱਥੋਂ ਦੇ ਇੱਕ ਮੌਲਵੀ ਸਾਹਿਬ ਸਨ। ਉਹ ਜਾਂਦੇ ਸਨ ਪੜ੍ਹਾਉਣ, ਰਸਤੇ 'ਚ ਨਿਰਮਲੇ ਸਾਧੂਆਂ ਦਾ ਅਸਥਾਨ ਸੀ। ਉਹਨਾਂ ਨੂੰ ਗੁਰਬਾਣੀ ਦੀ ਚੇਟਕ ਲੱਗ ਗਈ, ਗੁਰਬਾਣੀ ਪੜ੍ਹਨ ਲੱਗ ਪਏ। ਇੱਥੋਂ ਤੱਕ ਉਹਨਾਂ ਦੱਸਿਆ ਨਹੀਂ, ਆਪਣੇ ਘਰ 'ਚ ਉਹਨਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲਿਆ। ਪ੍ਰਕਾਸ਼ ਜਦੋਂ ਕੀਤਾ, ਕੋਈ ਸਮੇਂ ਬਾਅਦ ਉਹਨਾਂ ਦੇ ਘਰੋਂ ਬੀਬੀ ਚੜ੍ਹਾਈ ਕਰ ਗਈ, ਫੌਤ ਹੋ ਗਈ। ਉਹਨਾਂ ਨੇ ਆਉਣਾ ਸੀ ਸਲਾਮਤ ਜਨਾਜ਼ਾ ਲੈਣ ਕੱਢਣ ਲਈ। ਉਹ ਮੌਲਵੀ ਸਾਹਿਬ ਨੇ ਕਹਿਤਾ, ਨਹੀਂ ਜੀ, ਮੇਰੇ ਨਾਮ ਨਾਲ ਮੌਲਵੀ ਜ਼ਰੂਰ ਹੈ, ਪਰ ਮੈਂ ਨਾ ਸਿੱਖ ਬਣ ਚੁੱਕਾ ਹਾਂ, ਮੇਰੇ ਘਰ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਚੁੱਪ ਕਰ ਗਏ। ਫਿਰ ਉੱਥੇ ਅੰਮ੍ਰਿਤ ਸੰਚਾਰ ਹੋਇਆ ਸੀ। ਉਹਨਾਂ ਦਾ ਪੜਪੋਤਾ ਮੈਨੂੰ ਮਿਲਦਾ ਰਹਿੰਦਾ ਹੈ। ਚਲੋ ਮੈਂ ਲਾਈਵ ਕਹਿ ਦੇਣਾ, ਮੈਂ ਕਹਿਣੀ, ਉਹ ਮੈਨੂੰ ਕਈ ਵਾਰੀ ਕਹਿੰਦਾ ਹੈ ਕਿ ਅਜ਼ਾਇਬ ਘਰ ਵਿੱਚ ਜਣੇ ਖਣੇ ਦੀ ਫੋਟੋ ਲੱਗ ਗਈ, ਉਹਦੇ ਦਾਦੇ ਦੀ ਫੋਟੋ ਨਹੀਂ ਲੱਗੀ, ਜਿਹਨੇ ਦੇਗ ਲੈ ਕੇ ਹਰਿਮੰਦਰ ਸਾਹਿਬ ਵਿੱਚ ਇਹ ਰੀਤ ਤੋੜੀ ਸੀ ਕਿ ਦੇਗ ਹਰ ਵੇਲੇ ਹਰ ਬੰਦੇ ਦੀ ਪ੍ਰਵਾਨ ਹੋ ਸਕਦੀ ਹੈ। ਉਸ ਮੌਲਵੀ ਨੇ ਅੰਮ੍ਰਿਤ ਛਕਿਆ, ਉਹਦੇ ਬੱਚਿਆਂ ਨੇ ਅੰਮ੍ਰਿਤ ਛਕਿਆ। ਉਹਦੇ ਇੱਕ ਬੱਚੇ ਦਾ ਨਾਮ ਰੱਖਿਆ ਮਹਿਤਾਬ ਸਿੰਘ। ਮੈਂ ਥੋੜਾ ਜਿਹਾ ਤਾਂ ਆਇਆ, ਜਾਤ ਪਾਤ ਦਾ ਚੱਲਦਾ ਪਿਆ ਨਾ, ਉਹਦਾ ਨਾਮ ਮਹਿਤਾਬ ਸਿੰਘ ਰੱਖਿਆ। ਉਹਨੇ ਇੱਕ ਸੁਸਾਇਟੀ ਜਥੇਬੰਦੀ ਬਣਾਈ, ਖਾਲਸਾ ਬਿਰਾਦਰੀ। ਜਲਿਆਂਵਾਲੇ ਬਾਗ 'ਚ ਗੁਰਮਤਿ ਸਮਾਗਮ ਕੀਤਾ ਜੀ। ਜਦੋਂ ਇਹ ਸਮਾਗਮ ਹੋਇਆ, ਉਸ ਤੋਂ ਬਾਅਦ ਇਹ ਸੀ ਵੀ ਆਪਾਂ ਦੇਗ ਲੈ ਕੇ ਹਰਿਮੰਦਰ ਸਾਹਿਬ ਜਾਣਾ ਹੈ। ਉਹ ਜੀ ਵਿਦਿਆਰਥੀ ਸਨ, ਮੈਂ ਚਲੋ ਸਾਰਿਆਂ ਦੇ ਨਾਮ ਨਹੀਂ ਲੈਣਾ। ਬਾਬਾ ਹਰਕ੍ਰਿਸ਼ਨ ਸਿੰਘ ਜੀ ਖਾਲਸਾ ਕਾਲਜ ਦੇ ਵਿਦਿਆਰਥੀ, ਸਰਦਾਰ ਤੇਜਾ ਜਥੇਦਾਰ ਤੇਜਾ ਸਿੰਘ ਜੀ ਪੁੱਚਰ, ਜਥੇਦਾਰ ਤੇਜਾ ਸਿੰਘ ਜੀ ਚੂੜਕਾਣਾ, ਜਥੇਦਾਰ ਕਰਤਾਰ ਸਿੰਘ ਜੀ ਝੱਬਰ, ਇਹ ਸਾਰੇ ਸੱਜਣ ਉੱਤੇ ਇਕੱਠੇ ਹੋਏ ਦੇਗ ਲੈ ਕੇ ਹਰਿਮੰਦਰ ਸਾਹਿਬ ਗਏ। ਪੁਜਾਰੀਆਂ ਨੇ ਕਹਿਤਾ, ਬਾਹਰ ਚੱਲੋ, ਤੁਸੀਂ ਸ਼ੂਦਰ ਹੋ, ਤੁਹਾਡੀ ਦੇਗ ਨਹੀਂ ਪ੍ਰਵਾਨ ਹੋ ਸਕਦੀ। ਉਹਨਾਂ ਕਿਹਾ, ਜੀ ਕਿਉਂ? ਕਹਿਣ ਲੱਗੇ, ਤੁਹਾਡੀ ਜਾਤ ਕੀ ਹੈ? ਉਹਦੇ ਵਿੱਚੋਂ ਫਿਰ ਇੱਕ ਸਿੰਘ ਬੋਲਿਆ, ਉਹਨੇ ਕਿਹਾ, ਜੀ ਪੁਜਾਰੀ ਜੀ, ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਲਓ, ਗੁਰੂ ਗ੍ਰੰਥ ਸਾਹਿਬ ਮੰਨਦੇ ਨੇ ਜੋ ਕੋਈ ਤੁਸੀਂ ਕਹਿ ਰਹੇ ਹੋ ਸਾਨੂੰ? ਉਹ ਅੱਗੋਂ ਬੋਲ ਕੇ ਕਹਿੰਦਾ ਵੀ ਆਪੋ ਇੱਥੋਂ ਨਿਕਲੋ, ਸਾਡੇ ਕੋਲ ਪੜ੍ਹਨ ਦਾ ਵਕਤ ਨਹੀਂ। ਉੱਥੇ ਫਿਰ ਥੋੜ੍ਹਾ ਜਿਹਾ ਜਦੋਂ ਝਗੜਾ ਸ਼ੁਰੂ ਹੋਇਆ, ਸਾਡੇ ਬਜ਼ੁਰਗ ਸਨ ਵਿੱਚ ਬਾਪੂ ਤੇਜਾ ਸਿੰਘ ਚੂੜਕਾਣਾ, ਉਹਦੇ ਬਕਾਇਦਾ ਨਾਂ ਲਿਖਿਆ। ਉਹਨਾਂ ਸ਼ਬਦ ਕਹਿਣ ਲੱਗੇ, ਪੁਜਾਰੀਓ, ਅਸੀਂ ਪੇਂਡੂ ਬੰਦੇ ਹਾਂ, ਜੇ ਮੰਨ ਜਾਓਗੇ ਠੀਕ ਹੈ, ਨਹੀਂ ਤੇ ਦੂਜਾ ਤਰੀਕਾ ਵੀ ਹੈ। ਉੱਥੇ ਫਿਰ ਹੋਇਆ ਕਿ ਜੀ ਭਾਈ ਗੁਰਬਚਨ ਸਿੰਘ ਗ੍ਰੰਥੀ ਸਨ। ਇਹ ਮੈਂ ਗੱਲ ਕਰ ਰਿਹਾ 1920-21 ਦੇ ਨੇੜੇ, ਸ਼ਾਇਦ ਉਦੋਂ ਦੀ ਗੱਲ ਹੈ। ਉਹਨਾਂ ਫਿਰ ਫੈਸਲਾ ਇਹ ਹੋਇਆ, ਜੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਪੁੱਛੋ ਕਿ ਜਾਤ ਦੇ ਆਧਾਰ ਤੇ ਇਹ ਬੰਦੇ ਨੀਵੇਂ ਨੇ। ਉਹਨਾਂ ਕਿਹਾ, ਜੀ ਅਸੀਂ ਅੰਮ੍ਰਿਤ ਛਕਿਆ। ਮਹਿਤਾਬ ਸਿੰਘ ਜੀ ਅੱਗੇ ਵਧੇ, ਵੇਖੋ ਮੁਸਲਮਾਨ ਦਾ ਬੇਟਾ। ਇਸ ਕਰਕੇ ਮੈਂ ਕਹਿਣਾ ਹੁਣਾ, ਐਵੇਂ ਹੰਕਾਰ 'ਚ ਨਾ ਮਨਾ ਤੁਰੇ ਫਿਰੀ ਕਿ ਸਿੱਖ ਦੇ ਘਰ ਹੀ ਪੈਦਾ ਹੋਵੇਗਾ ਤੇ ਉਹਨੇ ਕੁਝ ਕ੍ਰਾਂਤੀ ਲਿਆਉਣੀ। ਇੱਥੇ ਕੋਈ ਪਤਾ ਨਹੀਂ ਕਿਹਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਨੇ ਹੱਥ ਰੱਖ ਦੇਣਾ ਤੇ ਉਹਨੇ ਸਭ ਕੁਝ ਬਦਲ ਦੇਣਾ ਹੈ। ਇਹ ਬਖਸ਼ਿਸ਼ ਹੈ। ਭਾਈ ਮਹਿਤਾਬ ਸਿੰਘ ਨੇ ਕਿਹਾ, ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ। ਉੱਥੇ ਫਿਰ ਅਰਦਾਸ ਇਹ ਹੋਈ, ਇਹ ਭੱਜ ਗਏ। ਖਾਲਸਾ ਕਾਲਜ ਦੇ ਵਿਦਿਆਰਥੀ ਨੇ ਅਰਦਾਸ ਕੀਤੀ ਕਿ ਧੰਨ ਗੁਰੂ ਰਾਮਦਾਸ ਜੀ ਇਹ ਦੇਗ ਲੈ ਕੇ ਆਏ ਆ,
गुरबाणी कह रही है भी कर्म के अनुसार बंदा छोटा ते वड्डा है। ये कह रहे ने जात के आधार पर है कि इन्हां दी देख प्रवान हो सकती है। तुसीं हुक्मनामा बख्श दिओ। प्यारिओ हुक्मनामा आया, निगुणियां नूं आपे बख्श लै भाई, सतगुर की सेवा लाए। देखो ਉਹਦੇ ਵਿੱਚ ਹੈ हर जियो आपे बख्श मिलाए, गुणहीन हम अपराधी पूरे सतगुर लिए रलाए। ਜਦੋਂ ਸ਼ਬਦ ਆਇਆ ਪੂਰੇ ਸਤਿਗੁਰ ਲਈ ਰਲਾਏ, ਪਿਆਰਿਓ ਸਾਰਿਆਂ ਦੀਆਂ ਅੱਖਾਂ 'ਚ ਨੀਰ ਸੀ। ਉਸ ਦਿਨ ਤੋਂ ਬਾਅਦ ਹਰਮੰਦਰ ਸਾਹਿਬ ਪੁਜਾਰੀ ਛੱਡ ਕੇ ਚਲੇ ਗਏ, ਅਕਾਲ ਤਖਤ ਸੁਈਆਂ ਹੋ ਗਿਆ। ਉੱਥੇ ਫਿਰ ਜਥੇਦਾਰ ਥਾਪੇ ਗਏ ਸਨ, ਸਰਦਾਰ ਤੇਜਾ ਸਿੰਘ ਜੀ ਪੁੱਛਾ। ਮੈਂ ਸਿਰਫ ਇੱਕ ਉਦਾਹਰਨ ਇਹ ਤਾਂ ਲਈ ਹੈ ਜੀ, ਸਿੱਖਾਂ ਸੀ ਅੱਜ ਵੀ ਹੈ। ਇਹਨੂੰ ਇਸ ਭੁਲੇਖੇ ਨੂੰ ਆਪਾਂ ਮਨ ਚੋਂ ਕੱਢ ਦਈਏ। ਇਹ ਬੜਾ ਵੱਡਾ ਕੋੜ ਹੈ। ਗੁਰਮਤ ਨੇ जात के आधार पर किस पासे खलोते, वर्ण वंड नाल खलोते। गुरमत ने अपना नज़रिया दिता। महाराज जी ने कहा नीचा अंदर नीच जात, नीची हो अत नीच, नानक तिनकै संग साथ वड्डियां स्यो क्या रीस। जिथै नीच संभालियन तिथै नदर तेरी बख्शीश। मैं बेनती करा, गुरु साहब ने कहा भले लोको इत्थे तुहाडे कार्ड चलदे ने, मैं फलानी जात दा वां जी, मैं फलानी बरादरी दा वां। महाराज कहते ने रब दे घर च जी नवे ने, किसी ने पुछना तू जट आया खतरी आया तू केड़ा आया। अगे जात ना जोर है, अगे जियो नवे नवे, उस असी उन्होंने जानते ही नहीं। महाराज कहते ने भाई ये जात के आधार पर नहीं। मैं थोड़ी जी आप नूं बेनतियां करा। हुण थोड़ा जिहा जिन्हां भगतां दा मजाक उड़ाया गया, सच्ची मुच्ची उन्होंने अपमानित किया गया। तीन भगतां दा मैं जिक्र करना है जी। एक तो भगत कबीर जी, जिन्हां ने बाणी कही कबीर मेरी जात को सबको हसने हार। उन्हां दे थोड़े शब्द सुनियो। एक शब्द तुहानूं सब नूं चेते है, मेरा ख्याल जिन्नी खड़ के वो गल करदे, मैं उस दिन कथा करदियां कहा सी भी खाड़कू भगत ने भगत कबीर जी। सारे जोधियां वाले शब्द उन्हां उच्चारण किए। गौड़ी राग का शब्द है गर्भवास में कुल नहीं जाती, ब्रह्म बिंद ते सब तुपाती, कौरे पंडित बामण कब के होए, बामण कह के जन्म मत कोए। जो तो ब्राह्मण ब्राह्मणी जाया, तो आन बाट काहे नहीं आया। तुम कत ब्राह्मण हम कत सूद, हम कत लोहू तुम कत दूध। पाठ करने वाले अर्थ समझ गए। इत्थे भगत जी की कह रहे हैं, गर्भवास में कुल नहीं जाती। कहते पंडित जी ब्राह्मण जी, मां दे पेट विच जदों जीव मां दे गर्भ विच इहदा तन बन रहा है, मैनूं दसो रब ने किहड़ी गोत पाई। तैनूं उदों पता सी मैं ब्राह्मण कर पैदा होण लगा। मां दे गर्भ विच किहड़ी कुल है। गर्भवास में कुल नहीं जाती। अगे ब्रह्म बिंद, इत्थे बिंद दा अर्थ है अंश। उंज वैसे पिता दा बिंद भी हुंदा, रक्त बिंद करने में। इत्थे ब्रह्म बिंद लफ्ज बिंद ही है, इहदा अर्थ करांगे अंश। कहन लगे हो भलिया, ये जिहड़ी तेरे अंदर आत्मा है ते मेरे विच आत्मा है ना, ये शूद्र ते ब्राह्मण कोई नहीं, ये सारियां आत्मावां परमात्मा दी अंश ने। ब्रह्म बिंद ते सब उत्पाती, उस अंश विचों सारे बने आ। कौरे पंडित, पंडित दा अर्थ इत्थे विद्वान है। कौरे पंडित बामण कब के होए, बामण कह के जन्म मत कोए। अगला मेरा ख्याल है एडू शब्द नहीं कोई करड़ा कह सकता। जो तो ब्राह्मण ब्राह्मणी जाया, जे तू कहना मैं उच्ची कुल च पैदा होया ब्राह्मण घर, तो आन बाट काही ने। बाट दर ते रस्ता मार्ग, तेरा जन्म भी उस रस्ते होया, मेरा जन्म भी मां दे उस रस्ते होया। जे तू अपने आप को उच्चा कहना, तेनू रब ने होर रस्ता क्यों ना दिता जम्मण वास्ते। मैं बड़े सीधे खुले शब्द वरत रहा। जो तो ब्राह्मण ब्राह्मणी जाया, तो आन बाट काहे नहीं आया। तुम कत ब्राह्मण तू बामण किवें, हम कत सूद हम कत लोहू तुम का दूध। और तू दुध दा, तेरिया नाड़ां च दुध है। जे मान ला तू दुध दा बनिया तो मैं कला लहू दा वां, फिर मैं मान ला। मैं कई बार सोचना, मैं इंडिया भी उदन क्या, मैं क्या वेखो धर्म के नां ते एक दूजे नूं मारदे ने, चलदा पिया ना जी। यही कारण कि लोग नास्तिक तां हो जाते हैं। इन्नी दुनिया धर्म के नां ते मरी है। याद रखियो संसार में इन्नी किसी होर नां ते नहीं मरी। नदियां वगदियां, एक दूजे का खून दे प्यासे ने।
ਇਹ ਹਉਮੈ 'ਚ ਇੱਕ ਦੂਜੇ ਨੂੰ ਮਾਰਦੇ ਨੇ, ਪਰ ਜਦੋਂ ਹਸਪਤਾਲ ਦੋਨਾਂ ਨੂੰ ਚੁੱਕ ਕੇ ਲਿਜਾਂਦੇ ਨੇ ਤੇ ਖੂਨ ਚਾਣ ਲੱਗਦੇ ਨੇ, ਖੂਨ ਤੇ ਹੋ ਸਕਦਾ ਕਿਸੇ ਮੁਸਲਮਾਨ ਦਾ ਦਿੱਤਾ ਹਿੰਦੂ ਨੂੰ ਫਿੱਟ ਹੋਇਆ ਹੋਵੇ। ਖਿਮਾ ਕਰਿਓ, ਕਿਸੇ ਨੂੰ ਇੱਕ ਦੂਜੇ ਦਾ, ਹਿੰਦੂ ਦਾ ਖੂਨ ਮੁਸਲਮਾਨ ਨੂੰ, ਸਿੱਖ ਦਾ ਹਿੰਦੂ ਨੂੰ, ਹਿੰਦੂ ਦਾ ਸਿੱਖ ਨੂੰ। ਉੱਥੇ ਭਗਤ ਜੀ ਕਹਿੰਦੇ ਨੇ ਤੇਰੀਆਂ ਨਾੜਾਂ ਵਿੱਚ ਜੇ ਦੁੱਧ ਚੱਲਦਾ ਤੂੰ ਬ੍ਰਾਹਮਣ ਹੈ, ਤੇ ਤੇਰੀਆਂ ਨਸਾਂ ਵਿੱਚ ਵੀ ਖੂਨ ਚੱਲਦਾ, ਤੇਰਾ ਵੀ ਹਾਰਟ ਬੀਟ ਕਰਦਾ, ਤੇਰੀ ਵੀ ਕਿਡਨੀ ਮੇਰੇ ਵਰਗੀ ਹੈ, ਫਿਰ ਤੂੰ ਬ੍ਰਾਹਮਣ ਕਿਉਂ ਤੇ ਮੈਂ ਸ਼ੂਦਰ ਕਿਉਂ? ਅਸੀਂ ਇੱਕ ਹਾਂ। ਉੱਥੇ ਸ਼ਬਦ ਵਰਤੇ ਹੈ, ਤੁਮ ਕਤ ਬ੍ਰਾਹਮਣ ਖਮਕਤ ਸੂਦ, ਖਮਕਤ ਲੋਹੂ ਤੁਮ ਕਤ दूध, ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਸਾਡੇ ਘਰ ਵਿੱਚ ਬ੍ਰਾਹਮਣ ਹੋਵੇ ਜਿਹੜਾ ਰੱਬ ਦੀ ਵਿਚਾਰ ਕਰਦਾ ਹੈ। ਇੱਕ ਬੇਨਤੀ ਹੋਰ ਸੁਣਿਓ, ਵੈਸੇ ਤਾਂ ਉਹਨਾਂ ਦੇ ਬੜੇ ਸ਼ਬਦ ਨਹੀਂ ਜੀ ਇਸ ਬਾਰੇ। ਮੈਂ ਜਦੋਂ ਪਾਠ ਕਰ ਰਿਹਾ ਸੀ ਉਹਨਾਂ ਦੀ ਬਾਣੀ ਦਾ, ਉਹ ਬਚਨ ਹੈ, ਤੂੰ ਬਾਹਮਣ ਮੈਂ ਕਾਸੀਕ ਜੁਲਹਾ, ਜੁਲਾਹਾ ਨਹੀਂ ਜੁਲਹਾ, ਅਰਥ ਜੁਲਾਹਾ ਹੀ ਹੈ। ਕਹਿੰਦੇ ਤੂੰ ਤਾਂ ਬ੍ਰਾਹਮਣ, ਮੈਂ ਕਾਸੀਕ ਦਾ ਮਤਲਬ ਕਾਂਸ਼ੀ ਦਾ ਜੁਲਾਹਾ, ਬੂਝੋ ਮੋਰ ਗਿਆਨਾ। ਕਹਿੰਦੇ ਆ ਮੈਂ ਤੈਨੂੰ ਆਪਣੇ ਗਿਆਨ ਦੀ ਗੱਲ ਸੁਣਾਵਾਂ। ਮੈਂ ਵੇਦ ਨਹੀਂ ਪੜ੍ਹਿਆ, ਮੈਨੂੰ ਜਨੇਊ ਨਹੀਂ ਮੈਂ ਪਾਇਆ, ਮੈਂ ਗਾਇਤਰੀ ਮੰਤਰ ਨਹੀਂ ਪੜ੍ਹਿਆ, ਸਾਰੇ ਬਚਨ ਮੈਂ ਬਾਣੀ 'ਚ ਨੇ, ਪਰ ਕਹਿੰਦੇ ਮੈਂ ਤੈਨੂੰ ਦੱਸਾਂ, ਤੂੰ ਵੇਦ ਪੜ੍ਹ ਕੇ, ਤੂੰ ਸ਼ਾਸਤਰ ਪੜ੍ਹ ਕੇ, ਤੂੰ ਜਨੇਊ ਪਾ ਕੇ ਰਾਜਿਆਂ ਦੇ ਘਰ 'ਚ ਮੰਗਤਾ ਬਣ ਕੇ ਤੁਰਿਆ ਫਿਰਨਾ, ਪਰ ਮੈਂ ਜੁਲਾਹਿਆਂ ਦੇ ਘਰ 'ਚ ਪੈਦਾ ਹੋ ਕੇ, ਚੇਤੇ ਰੱਖੀ ਮੈਂ ਬਾਦਸ਼ਾਹ ਦੀ ਪਰਵਾਹ ਵੀ ਨਹੀਂ ਕਰਦਾ। ਤੇਰੇ ਮੇਰੇ ਗਿਆਨ 'ਚ ਫਰਕ ਹੈ। ਤੂੰ ਬਾਹਮਣ ਮੈਂ ਕਾਸੀਕ ਜੁਲਹਾ, ਬੂਝੋ ਮੋਰ ਗਿਆਨਾ। ਮੇਰੀ ਗੱਲ ਸੁਣ, ਮੇਰੇ ਗਿਆਨ ਨੂੰ ਸੁਣ। ਤੁਮ ਤੋ ਜਾਚੇ ਭੂਪਤ ਰਾਜੇ, ਤੂੰ ਰਾਜਿਆਂ ਕੋਲ ਮੰਗਣਾ ਹੈ, ਹਰ ਸਿਓ ਮੋਰ ਧਿਆਨਾ। ਮੈਂ ਭੁੱਖਾ ਮਰ ਜਾਗਾ ਪਰ ਰੱਬ ਤੋਂ ਬਿਨਾਂ ਕਿਸੇ ਅੱਗੇ ਝੋਲੀ ਨਹੀਂ ਹਟਦਾ। ਇਹ ਮੇਰਾ ਗਿਆਨ ਹੈ। ਮੈਂ ਆਪ ਨੂੰ ਬੇਨਤੀ ਕਰਾਂ ਜੀ, ਭਗਤ ਕਬੀਰ ਸਾਹਿਬ ਉਹਨਾਂ ਨੇ ਜਾਤ ਦੇ ਆਧਾਰ ਤੇ ਸ਼ਬਦ ਕਹੇ। ਦੋ ਸ਼ਬਦ ਤਿੰਨ ਅਸੀਂ ਹੋਰ ਲਾਂਗੇ ਜੀ ਬਾਣੀ ਚੋਂ। ਦੋ ਸ਼ਬਦ ਭਗਤ ਨਾਮਦੇਵ ਜੀ ਦੇ, ਭਾਵ ਇੱਕੋ ਹੀ ਦੋਨਾਂ ਦਾ। ਉਹ ਸ਼ਬਦ ਬੜੇ ਸੌਖੇ ਅਰਥ ਨੇ ਜੀ। ਉਹ ਸ਼ਬਦ ਹੈ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਸੱਚੀ ਹੈ, ਜਦੋਂ ਦੁਨੀਆ ਕਿਸੇ ਨੂੰ ਬਹੁਤ ਸਤਾਉਂਦੀ ਹੈ ਨਾ, ਉਹ ਫਿਰ ਰੱਬ ਦੇ ਦਰ ਤੇ ਜਦੋਂ ਪੁਕਾਰ ਕਰਦਾ ਹੈ, ਪਰਮਾਤਮਾ ਧਰਮ ਸਥਾਨਾਂ ਦੇ ਬੂਹੇ ਵੀ ਚੇਂਜ ਕਰ ਦਿੰਦਾ ਹੈ। ਬੰਦਗੀ ਕਰਨ ਵਾਲਾ ਪਰਮਾਤਮਾ ਜੀ ਉਹਦੀ ਗੱਲ ਕੋਈ ਨਹੀਂ ਮੋੜਦੇ। ਭਗਤ ਜੀ ਕਹਿੰਦੇ ਨੇ, ਵਾਹਿਗੁਰੂ ਜੀ ਤੁਸੀਂ ਮੈਨੂੰ ਭੁਲਾਇਓ ਨਾ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਆਲਾਵੰਤੀ, ਆ ਜਿਹੜੇ ਉੱਚੀ ਜਾਤ ਵਾਲੇ ਨੇ ਇਹ ਹੰਕਾਰੀ ਹੋ ਗਏ ਆ। ਆਲਾਵੰਤੀ ਇਹ ਭ੍ਰਮਜੋਖ ਹੈ, ਮੁਝ ਉੱਪਰ ਸਭ ਕੋਪਿਲਾ। ਪਤਾ ਨਹੀਂ ਮੇਰੇ ਨਾਲ ਗੁੱਸੇ 'ਚ ਰਹਿੰਦੇ ਨੇ। ਸੂਦ ਸੂਦ ਕਰ ਮਾਰ ਉਠਾਇਓ। ਇਹ ਜਦੋਂ ਮੈਂ ਨੇੜੇ ਲੰਘਣਾ ਕਹਿੰਦੇ ਸ਼ੂਦਰ ਜਾ ਰਿਹਾ, ਆਂਦੇ ਨੇ ਅੱਜ ਮੈਂ ਮੰਦਿਰ 'ਚ ਆ ਗਿਆ। ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੂੰ ਬਾਪ ਬੀਠਲਾ। ਮੇਰੇ ਸੋਹਣੇ ਰੱਬ ਬਾਪੂ ਜੀ ਮੈਨੂੰ ਦੱਸ ਮੈਂ ਕਿਹੜੀ ਥਾਂ ਤੇ ਜਾ, ਮੈਨੂੰ ਸ਼ੂਦਰ ਕਹਿ ਕਹਿ ਕੇ ਠੋਕਰਾਂ ਮਾਰਦੇ ਪਏ। ਇਹ ਯਾਦ ਰੱਖਿਓ, ਹੱਡ ਬੀਤੀ ਹੈ। ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੂੰ ਬਾਪ ਬੀਠਲਾ। ਕਹਿਣ ਲੱਗੇ, ਮੋਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ। ਮਰਨ ਤੋਂ ਬਾਅਦ ਮੁਕਤੀ ਦਿੱਤੀ। ਜਿਨ੍ਹਾਂ ਨੇ ਮੈਨੂੰ ਅੱਜ ਠੁੱਡੇ ਮਾਰ ਕੇ ਮੰਦਿਰ ਚੋਂ ਕੱਢਿਆ, ਇਹਨਾਂ ਨੂੰ ਪਤਾ ਲੱਗ ਜਾਣਾ ਮੈਂ ਮੁਕਤ ਹੋ ਗਿਆ। ਮੋਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ। ਇਹ ਪੰਡਿਆ ਮੋਕੋ ਢੇਡ ਕਹਿਤ ਹੈ। ਇਹ ਸ਼ਬਦ ਹੈ ਢੇਡ। ਢੇਡ ਪਤਾ ਕਿਹਨੂੰ ਕਹਿੰਦੇ ਨੇ ਜੀ? ਉਂਝ ਸਾਰੇ ਅਰਥ ਕੀਤੇ ਨੇ ਨੀਚ ਸ਼ੂਦਰ ਅਰਥ ਕੀਤੇ ਆ, ਪਰ ਅਸਲ 'ਚ ਢੇਡ ਹੁੰਦਾ ਹੈ ਜਿਹੜਾ ਪਸ਼ੂ ਨੂੰ ਮਾਰ ਕੇ ਉਹਦਾ ਕੱਚਾ ਮਾਸ ਖਾਈ ਜਾਂਦਾ, ਨੀਚ ਬਿਰਤੀ ਵਾਲਾ। ਇਹਦਾ ਅਰਥ ਮੈਨੂੰ ਇਹ ਨੀਚ ਕਹਿੰਦੇ ਪਿਆ। ਇਹ ਪੰਡਿਆ ਮੋਕੋ ਢੇਡ ਕਹਿਤਾ, ਤੇਰੀ ਪੈਜ ਪਛਾਉਂਦੀ ਹੋਏਲਾ। ਮੈਨੂੰ ਤਾਂ ਕੋਈ ਨਹੀਂ ਠੁੱਡੇ ਮਾਰ ਦੇਣਗੇ, ਪਰ ਵਾਹਿਗੁਰੂ ਜੀ ਤੇਰੀ ਪੈਜ ਦਾ ਕੀ ਬਣੇਗਾ, ਤੇਰੀ ਇੱਜ਼ਤ ਦਾ ਕੀ ਬਣੇਗਾ, ਤੇਰੇ ਨਾਮ ਦੀ ਕੋਈ ਵੈਲਿਊ ਨਹੀਂ। ਇਹਦੇ ਨਾਲ ਮਿਲਦਾ ਦੂਜਾ ਸ਼ਬਦ ਹੈ, ਹਸਤ ਖੇਲਤ ਤੇਰੇ ਦਿਓਰੇ ਆਇਆ। याद रखो, कथा है कबीर मेरी जात को सबको हसने खार। हस्त खेलत तेरे देवरे आया, भगत करत नामा पकड़ उठाया, हीनड़ी जात। उत्थे क्या ये पंडिया मोको ढेड कहता है, इत्थे क्या हीनड़ी जात। मेरी नीवी जात कहते, हीनड़ी जात मेरी जात मराया। छिपे के जन्म काहे को आया, लै कमली चलियो पलटाए।
ਦਿਉਰੇ ਪਾਛੈ ਬੈਠਾ ਜਾਏ, ਜਿਉਂ ਜਿਉਂ ਨਾਮਾ ਖਿਆਰਗ ਨੂੰ ਉਚਰੈ, ਭਗਤ ਜਨਾ ਕਉ। ਕਉ ਦਾ ਅਰਥ ਤੇ ਕਰਾਂਗੇ ਲਈ, ਭਗਤਾਂ ਲਈ, ਬੰਦਗੀ ਵਾਲੇ ਲਈ परमात्मा ने दिओरे का मूँह फेर के रख दिता। भगत जना को दिओरा फिर जिन्होंने दर्शन किए ने, मेरा ख्याल तुहाडे चों बैठे होंगे कई सज्जन जिन्होंने दर्शन किए। सच्ची मुच्ची मैं कल भी कहा सी, वो सारा मूँह घुमिया होया मंदिर का, ये उन्हां भगतां दी खद बीती है। हुण एक शब्द मैं होर लाँगा जी, जात के आधार पर किन्ना कु उन्हां नूं दुख दिते गए, मजाक उड़ाए गए। वो शब्द है नागर जना भगत रविदास जी, मेरी जात बखियात चमारंग। नगर दे लोगों सारियां नूं पता मैं चम दा काम करन वाला हाँ, चमार जात। नागर जना मेरी जात बखियात चमारंग, हृदय राम गोबिंद गुण सारंग। उहदे च खीर ते मैं तुक लैनी, तर तार अपवित्र कर मानिया रे, जैसे कागरा करत विचारंग। ताड़ी दा रुख मिलता है जी बिहार विच, यूपी विच भी मिलता है। इनू शास्त्र कहता है ये रुख अपवित्र है। ये जो रस चुंदा है वो शराब के नशे वर्गा होंदा है जी, ताड़ी के रुख चों। ये की करते हैं जिहड़े पींदे ना जो नशा, वो रुख नूं कट ला के उहदे नाल निक्का जिहा बर्तन बन दिंदे ने, उहदे विच ना तुपके डिगदे रहिंदे, उहदा कागज बनदा है। भगत रविदास देखो किड्डा शुकराना, कहंदे ताड़ी दा रुख अपवित्र है। इत्थों तक कि ताड़ी दे रुख दा कागज बनिया होवे तां भी वो कहंदे ना ना इनू हथ नहीं लाना, ये अपवित्र रुख का बनया है। पर जदों उस रुख के बने कोई कागज़ उत्ते कोई राम लिखदा है, वाहिगुरू लिखदा है, करतार लिखदा है, परमात्मा की भगती लिखदा है, उस कागज़ नूं लोग मत्थे टेकदे आ। भगत जी कहंदे आ वाहिगुरू जी हाँ तो असीं ताड़ी दे रुख, ये सानू अपवित्र कहिंदे आ। पर इस भगत रविदास साहब कहंदे हिरदे च जिदन दा तेरा नाम वस गया ना, ये बामण भी मत्थे टेकदे आ। ये मेरी जात करके नहीं टेकदे, तेरे नाम करके टेकदे। तेरे नाम ने सानू उच्चा किया। महाराज जी ने बाणी च कहा, तरतार अपवित्र कर मानिया रे, जैसे कागरा करत विचारंग। भगत भगौत लिखिया तैं ऊपरै, पूजिया कर नमस्कारंग। मेरी जात कुट बांडला, ढोल ढवंता नितै बनारसी आस पासा। अब विपर प्रधान तैं कर डंडौत, तेरे नाम शरनाए रविदास दासा। सिख जगत एक घटना वापरी, मैं थोड़े 5-4 मिनट थोड़े लाने फिर नाम जपांगे। अज मेरे पिछे कुंडा कोई नहीं है मेरे, उंज मैंने सच्ची तो मैं हसदा नहीं, मेरे ना हुंदा स्टेज ते इस तरह ही है। कभी मैंने खिंच के अगे टाइम लै जाते, कभी पिछे लै जाते, कभी विचकार लै जाते है ना। पर तुहाडा धन्नवाद आ, तुसीं बैठे हो सच्ची लो। भाई मरदाना जी तुहानूं पता मिरासी ने, हाँ जी। मिरास शब्द अरबी का है, यदा अर्थ हुंदा संभालन वाला। मिरासी का अर्थ है कि जेड़ा तुहाडे घर का बहुत कुछ खानदान का कुर्सीनामा साम के बैठा है। भाई गुरदास साहब जी चले गए जी, बनारस गए। काफ़ी लम्मा समा भाई गुरदास साहब बनारस रहा। भाई गुरदास साहब आगरे भी रहे। उत्थे जो चर्चा होनी ब्राह्मणों नाल, तो उन्होंने एक दिन कह दिता बाकी गल्लां तां ठीक जी, हुण चेते रखियो बर्दाश्त अज भी नहीं करते, क्योंकि असी साडा ध्यान उन्हां कन्वर्ट किया होया सारियां दा। मैं बिल्कुल राजनीति ते ना कदी बोलिया ना बोलना चाहना। साडे वर्गा भोला ते साडे वर्गा लाई लग कोई नहीं बख्श दिया जी। जिस दिन दुनिया च गुरु ग्रंथ साहिब का सिद्धांत दूजे लोगों तक समझ पहुँच गया, इत्थे धर्म के आधार ते सब इको ने। गुरु ग्रंथ साहिब च भाषा के आधार ते कोई वितकरा नहीं, जात के आधार ते कोई वितकरा नहीं। इत्थों तक रब का नाम कोई राम बोले तो अल्लाह बोले, वह भी कोई वितकरा नहीं। सभे सांझी वाल सदायन, ये सब का है। खतरी ब्राह्मण सूद वैस उपदेश चौं वर्णा को साझा। जिस सिद्धांत ने पूरे ब्रह्मांड की अगवाई करनी सी, बदकिस्मती होवे साडे वर्गे बुलारियां नूं गुरद्वारे च भी डांगा का विशा बना के रख दिता है। जिहड़ा शब्द है इदू वड्डा सिद्धांत तुहानूं मिलेगा किते जी। तो फिर कला सिद्धांत नहीं, प्रैक्टिकल है।
ਭਾਈ ਸਾਹਿਬ ਉੱਥੇ ਗਏ, ਉਹਨਾਂ ਨੇ ਕਿਹਾ ਜੀ ਬਾਕੀ ਗੱਲਾਂ ਤੁਹਾਡੀਆਂ ਠੀਕ ਨੇ, ਪਰ ਤੁਸੀਂ ਤਾਂ ਡੂਮਾਂ ਤੋਂ ਬਹਿ ਕੇ ਸ਼ਬਦ ਸੁਣਦੇ ਹੋ। ਅਸੀਂ ਉਹਨਾਂ ਨੂੰ ਉੱਥੇ ਲਫ਼ਜ਼ ਜਿਹੜਾ ਕੁੱਤਾ ਵਰਤਿਆ, ਵਾਹਿਗੁਰੂ ਮੈਂ ਬਾਣੀ ਚੋਂ ਕਹਿ ਰਿਹਾ, ਕਹਿੰਦੇ ਅਸੀਂ ਤਾਂ ਉਸ ਜਾਤ ਨੂੰ ਬੜਾ ਨੀਵਾਂ ਸਮਝਨੇ ਆ, ਤੁਸੀਂ ਉਹਨਾਂ ਤੋਂ ਸ਼ਬਦ ਸੁਣਦੇ ਹੋ ਉੱਚੇ ਬਿਠਾ ਕੇ। ਉਹਨਾਂ ਦਾ ਇਸ਼ਾਰਾ ਸੀ ਭਾਈ ਸਾਹਿਬ ਵੱਲ। ਉੱਥੇ ਭਾਈ ਗੁਰਦਾਸ ਸਾਹਿਬ ਨੇ ਇੱਕ ਪੌੜੀ ਕਹੀ, ਕਹਿਣ ਲੱਗੇ ਤੁਹਾਨੂੰ ਸਮਝਾਉਣ ਲਈ, ਬ੍ਰਾਹਮਣ ਨੂੰ ਕਹਿੰਦੇ ਨੇ ਤੁਹਾਨੂੰ ਸਮਝਾਉਣ ਲਈ, ਲੈਲਾ ਤੇ ਮਜਨੂ ਦਾ ਆਪਸੀ ਪਿਆਰ ਸੀ। ਉਂਝ ਮੈਂ ਇੱਕ ਵਾਰ ਕਿਹਾ ਸੀ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਵੀ ਇਸ਼ਕ ਮਜਾਜੀ ਵਾਲੇ ਆਸ਼ਿਕ ਦਾ ਜ਼ਿਕਰ ਨਹੀਂ ਕੀਤਾ। ਪੂਰੇ ਗੁਰੂ ਗ੍ਰੰਥ ਸਾਹਿਬ 'ਚ ਲੈਲਾ ਮਜਨੂ, ਹੀਰ ਰਾਂਝਾ, ਸੱਸੀ ਪੁੰਨੂ, ਸੋਹਣੀ ਮਹਿਵਾਲ, ਹਾਂ ਭਾਈ ਗੁਰਦਾਸ ਸਾਹਿਬ ਨੇ ਕੀਤਾ, ਗੁਰੂ ਗੋਬਿੰਦ ਸਿੰਘ ਦੀ ਰਚਨਾ 'ਚ ਮਿਲੇਗਾ, ਪਰ ਗੁਰੂ ਗ੍ਰੰਥ ਸਾਹਿਬ 'ਚ ਨਹੀਂ। ਭਾਈ ਸਾਹਿਬ ਨੇ ਲਿਖਿਆ ਵੀ ਸੋਹਣੀ ਮਹੀਵਾਲ ਨੂੰ ਨੈ ਤਰਦੀ ਰਾਤੀ, ਸੋਠ ਬੀਜਾ ਗਾਵੀਆ ਜਦ ਸੁਗੜਾ ਵਾਤੀ। ਹੁਣ ਉਹਨਾਂ ਕਿਹਾ ਜੀ ਸਾਨੂੰ ਇਹ ਦੱਸੋ ਤੁਸੀਂ ਕਿਉਂ ਕਰਦੇ ਹੋ? ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਲੈਲਾ ਦੇ ਘਰ ਸੀ ਕੁੱਤਾ। ਮੈਂ ਬੇਨਤੀ ਕਰ ਰਿਹਾ, ਅਸੀਂ ਜਾਤ ਨਹੀਂ ਵਹਿੰਦੇ, ਅਸੀਂ ਸ਼ਬਦ ਸੁਣਨੇ ਹਾਂ। ਉਹਦੀ ਜਾਤ ਕੋਈ ਵੀ ਹੋਵੇ, ਜਿਨਨੇ ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਦੀ ਦਾਤ ਲੈ ਗਈ, ਉਹ ਮਾਤਾ ਸਾਹਿਬ ਕੌਰ ਦਾ ਬੇਟਾ ਬਣ ਗਿਆ ਹੈ, ਉਹ ਗੁਰੂ ਗੋਬਿੰਦ ਸਿੰਘ ਦਾ ਲਾਡਲਾ ਪੁੱਤਰ ਬਣ ਗਿਆ ਹੈ। ਇਹ ਉਸ ਵੇਲੇ ਦੀ ਗੱਲ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਲੈਲਾ ਦੇ ਘਰ ਚੋਂ ਕੁੱਤਾ ਨਿਕਲਿਆ ਤੇ ਮਜਨੂ ਨੇ ਲੈਲਾ ਨੂੰ ਕਈ ਦਿਨਾਂ ਦਾ ਦੇਖਿਆ ਨਹੀਂ। ਇਹ ਯਾਦ ਰੱਖਿਓ 37ਵੀਂ ਵਾਰ ਦੀ 31ਵੀਂ ਪੌੜੀ ਹੈ, ਕਿਉਂਕਿ ਹੋ ਸਕਦਾ ਘਰਾਂ 'ਚ ਸੁਣਦਾ ਕੋਈ ਜੱਜਮੈਂਟ ਕਰੇ ਜੀ ਇਹ ਕਿੱਥੇ ਲਿਖਿਆ। ਉਂਝ ਮੈਂ ਸੁਣਾ ਦਿਆਂਗਾ ਇਸ ਪੌੜੀ ਨੂੰ। ਉਹਨਾਂ ਕਿਹਾ ਵੀ ਲੈਲਾ ਦੇ ਘਰ ਚੋਂ ਕੁੱਤਾ ਨਿਕਲਿਆ ਤੇ ਮਜਨੂ ਕੁੱਤੇ ਦੀ ਪਹਿਚਾਣ ਸੀ, ਉਹ ਕੁੱਤੇ ਦੇ ਪਿੱਛੇ ਭੱਜ ਪਿਆ। ਲੋਕ ਕਹਿਣ ਸ਼ਦਾਈ ਬੰਦਾ ਕੁੱਤੇ ਪਿੱਛੇ ਤੁਰਿਆ ਜਾਂਦਾ, ਬੰਦਾ ਹੋ ਕੇ ਕੁੱਤੇ ਦੇ ਪੈਰ ਨੂੰ ਚੁੰਮੀ ਜਾਏ, ਕੁੱਤੇ ਨੂੰ ਪਕੜ ਕੇ ਉਹਦੇ ਪੈਰਾਂ 'ਚ ਮੱਥੇ ਟੇਕੇ। ਲੋਕਾਂ ਕਿਹਾ ਉਹ ਕੀ ਹੋ ਗਿਆ ਸ਼ਦਾਈਆ, ਇਹ ਕੁੱਤਾ ਹੈ। ਕਹਿੰਦਾ ਕੁੱਤਾ ਨਹੀਂ, ਇਹਦੀਆਂ ਅੱਖਾਂ ਦੇਖੋ, ਮੇਰੇ ਮਹਿਬੂਬ ਨੂੰ ਦੇਖ ਕੇ ਆਇਆ, ਜਿਹਨੂੰ ਦੇਖਿਆ ਮੈਨੂੰ ਕਈ ਦਿਨ ਹੋ ਗਏ। ਭਾਈ ਸਾਹਿਬ ਕਹਿੰਦੇ ਹਾਂ ਜਿਹਨੂੰ ਤੁਸੀਂ ਨੀਵੀਂ ਜਾਤ ਦਾ ਕਹਿੰਦੇ ਹੋ, ਮੇਰੇ ਬਾਬੇ ਨੇ ਭਾਈ ਬਣਾਇਆ ਹੈ, ਅਸੀਂ ਤਾਂ ਉਹਦੇ ਚਰਨ ਧੋ ਕੇ ਵੀ ਨਮਸਕਾਰ ਕਰਾਂਗੇ, ਉਹ ਸਾਨੂੰ ਬਾਬਾ ਜੀ ਦਾ ਸ਼ਬਦ ਸੁਣਾਉਂਦਾ ਹੈ। ਇਹ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਲੈਲੀ ਦੀ ਦਰਗਾਹ ਦਾ ਕੁੱਤਾ, ਦਰਗਾਹ ਦਾ ਮਤਲਬ ਘਰ, ਲੈਲੀ ਦਰ ਥੇ ਲੈਲਾ, ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲਵਾਣਾ, ਕੁੱਤੇ ਦੀ ਪੈਰੀ ਪਵੇ ਹਿੜੇ ਹੜੱਸੇ ਲੋਕ ਵਿਡਾਣਾ, ਮੇਰਾਸੀ ਮੇਰਾਸੀਆਂ ਨਾਮ ਧਰੀਕ ਮਰੀਦ ਵਵਾਣਾ, ਮਰਾਸੀਆਂ ਵਿੱਚੋਂ ਮੇਰਾਸੀ ਨਾਮ ਧਰੀਕ ਮੁਰੀਦ ਵਵਾਣਾ, ਕੁੱਤਾ ਡੂਮ ਵਖਾਣੀ ਹੈ, ਕੁੱਤਿਆਂ ਵਿੱਚ ਕੁੱਤਾ ਨਹੀਂ ਮਾਣਾ। ਭਾਈ ਸਾਹਿਬ ਕਹਿੰਦੇ ਤੁਸੀਂ ਜਾਤ ਦੀ ਗੱਲ ਕਰਦੇ ਹੋ, ਸਾਡੇ 'ਚ ਗੁਰਸਿੱਖ ਆਸ਼ਿਕ ਸ਼ਬਦ ਦੇ ਕੁੱਤੇ ਦਾ ਪੜਕੁੱਤਾ ਪਾਣਾ। ਸਾਨੂੰ ਤਾਂ ਭਾਈ ਅਸੀਂ ਸ਼ਬਦ ਦੇ ਆਸ਼ਿਕਾਂ। ਮੈਂ ਇੱਕ ਹੋਰ ਬੇਨਤੀ ਕਰਾਂ, ਥੋੜੇ ਸ਼ਬਦ ਮੈਂ ਹੋਰ ਲੈਣ ਲੱਗਾ, ਉਹਦੇ ਅਰਥਾਂ ਦੀ ਲੋੜ ਨਹੀਂ, ਤੁਹਾਨੂੰ ਸਭ ਨੂੰ ਸ਼ਬਦ ਉਹ ਚੇਤੇ ਵਿਜਵਾਨੀ। ਗੁਰੂ ਸਾਹਿਬ ਨੇ ਨਾ ਕਿੰਨੀ ਵਡਿਆਈ ਕੀਤੀ ਭਗਤਾਂ ਦੀ। ਹੁਣ ਜਿਉਂ-ਜਿਉਂ ਭਗਤ ਬਾਣੀ ਆਪਾਂ ਅੱਗੇ ਸ਼ਲੋਕ ਆਉਣਗੇ, ਇਹ ਤਾਂ ਉਹ ਸੱਚ ਹੈ। ਭਗਤ ਕਬੀਰ ਸਾਹਿਬ, ਇਹਦੀ ਤਾਂ ਸੁਗੰਧੀ ਨਹੀਂ ਮਰਨੀ ਕਦੇ। ਗੁਰੂ ਅਰਜਨ ਸਾਹਿਬ ਦਾ ਇੱਕ ਸ਼ਬਦ ਹੈ, ਗੁਰੂ ਰਾਮਦਾਸ ਦਾ ਇੱਕ ਸ਼ਬਦ ਹੈ, ਗੁਰੂ ਅਮਰਦਾਸ ਜੀ ਦਾ ਸ਼ਬਦ ਹੈ। ਕਿੰਨੀ ਵੱਡੀ ਵਡਿਆਈ ਗੁਰਦੇਵ ਕਰਦੇ ਆ ਭਗਤਾਂ ਦੀ। ਭਗਤ ਗੁਰੂ ਅਮਰਦਾਸ ਦਾ ਬਚਨ ਹੈ, ਨਾਮਾ ਛੀਂਬਾ ਕਬੀਰ ਜੁਲਾਹਾ। ਇੱਕ ਕਿਉਂਕਿ ਭਗਤ ਨਾਮਦੇਵ ਨੇ ਕਿਹਾ ਛਿਪੇ ਕੇ ਜਨਮ ਕਾਇ ਕੋਇਆ, ਨਾਮਾ ਛਿੰਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ। ਉਹ ਸ਼ੂਦਰ ਨਹੀਂ ਬ੍ਰਹਮ ਕੇ ਬੇਤੇ, ਉਹ ਬ੍ਰਹਮ ਨੂੰ ਜਾਣਨ ਵਾਲੇ ਬ੍ਰਾਹਮਣ ਨੇ। ਹਉਮੈ ਜਾਤ ਗਵਾਈ ਸੁਰ ਨਰ ਤਿਨ ਕੀ ਬਾਣੀ ਗਾਵੇ, ਕੋਏ ਨਾ ਮੀਟੈ ਪਾਹੀ। ਬ੍ਰਹਮ ਕੇ ਬੇਤੇ ਇਹ ਗੁਰੂ ਅਮਰਦਾਸ ਕਹਿ ਰਹੇ। ਧੰਨ ਗੁਰੂ ਰਾਮਦਾਸ ਜੀ ਨੂੰ ਪੁੱਛੋ, ਉਹ ਕਹਿੰਦੇ ਨੇ ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਗਾਏ, ਪਤਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਗਾਏ। ਅਰਥ ਸਮਝ ਗਿਆ ਨਾ ਜੀ, ਚਾਰੇ ਵਰਨਾਂ ਦੇ ਲੋਕ ਮੱਥਾ ਟੇਕਦੇ ਆ। ਨਾਮ ਦੇ ਪ੍ਰੀਤ ਲੱਗੀ ਕਰ ਸੇਤੀ, ਲੋਕ ਛੀਪਾ ਕਹਿ ਬੁਲਾਏ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਖਰ ਨਾਮ ਦਿਓ ਲਿਆ ਮੁਖ ਲਾਏ। ਧੰਨ ਗੁਰੂ ਅਰਜੁਨ ਦੇਵ ਮਹਾਰਾਜ, ਉਹ ਤਾਂ ਫਿਰ ਜੱਟਪੁਣਾ ਜਿਹਾ ਕੱਢ ਦਿੰਦੇ ਆ। ਮੈਂ ਬੜੀ ਸਿੱਧੀ ਗੱਲ ਸਟੇਜ ਤੋਂ ਕਹਿ ਰਿਹਾ, ਉੱਥੇ ਉਹਨਾਂ ਦਾ ਸ਼ਬਦ ਪੜੋ,
गोबिंद 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 संग नाम दियो मन लीना। जिन्हां ने बंदगी की कित्थे पहुंच गया। गोबिंद 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 संग नाम दियो मन लीना, आठ दाम को छिपरो होयो लाखीना। अद्धी कौडी दा छिंबा लोग कहते सन, महाराज कहते अजा लखां दा हो गया। बुन्ना तन्ना त्याग कै प्रीत चरण कबीरा, नीच कुला जोलारा पयो गुणी गीरा। ये फिर ध्यान नाल सुनियो, शब्द तुहानूं चेते वे। असल च की है, गुरु साहब अपने विचार की देंदे पे उन्हां बारे। पहला है गोबिंद 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 संग नाम दियो मन लीना, ते गुरुदेव दा विचार ये वे, आठ दाम को छिपरो होयो लाखीना। बुन्ना तन्ना त्याग कै प्रीत चरण कबीरा, नीच कुला जोहलारा भयो गुणी गहीरा। गुणा दी खान बन गया। रविदास ढवंता ढोर नीत तिन त्यागी माया, प्रगट होवा साध संगर दर्शन पाया। सैन नाई बुतकारिया, एक घर घर सुनिया। ये सब की जात नूं लोग हसदे सन। एक छिंबा है, एक चमार चम का काम करते हैं, एक जुला है, एक नूं नाई कहंदे आ। सैन नाई बुतकारिया, वो घर घर सुनिया। हिरदै बसिया पार ब्रह्म भगतां मैं गणिया, ये बिद सुन के जाट रोट भगती लागा। मिले परता को गुसाइयां धन्ना वडभागा। मैं सिर्फ ये उदाहरण भाई बाणी चो आपां तां लईआं ने कि गुरु ग्रंथ साहिब की बाणी अनुसार जात के आधार पर नहीं, इत्थे कर्मां के आधार पर निबेड़े होने ने। उन्हें वैसे बुद्ध ने गल कह दी सी, उन्हें मुद्दत पहला कहा सी, हजूर तो पहला भी उन्हें कहा कर्म के आधार पर बंदा निर्धारित किया जाता है, जन्म के आधार पर नहीं। अज भी असीं कहने तेरा जन्म सिख कर पैदा होया है, ठीक है कह दिओ कम्यूनिटी कर पैदा होया है। सिख तो उदन बनता है जिदन गुरु गोबिंद सिंह के घर च दा जन्म होता है। फिर भी सिख के घर पैदा हो गया, पर सिख वाला आचरण तो नहीं ना। इत्थे भी इस गल नूं फिर ध्यान च रखियो। आपां कहने इन्नी गिनती सिखां दी मैनूं बख्श दिओ, मैं नहीं कह रहा सिखां दी गिनती घट ही है। किसी ने मेरा ख्याल बराड़ शाह, चलो ये तुहाडा रस्ता, बराड़ शाह विद्वान होया, किसी पूछा सी किन्ने ईसाई होए आ, कहंदा इक्को ही होया सी, सूली चढ़ गया। इस करके मेरी बेनती जी, गुरमत विच किसी का जात के आधार पर मजाक नहीं उड़ाया जा सकता। इत्थे भगत जी ने ठोक के क्या कहन लगे, कबीर मेरी जात को सबको हसने हार, तुसी मेरी जात का मजाक उड़ाते हो। पर कह रहे ने बलिहारी इस जात को, जे मैं उच्ची कुल च पैदा हुंदा शायद हंकारी बहुत हुंदा। अज मैं उस कुल च पैदा होया जिन्हों तुसी शूदर कह रहे हो, तो इस कुल च पैदा होके जै जपियो सिरजनहार, मैं उस सिरजना करने वाले परमात्मा की बंदगी की है। प्यारिओ याद रखियो, अगा वैसाखी आ रही है। धन गुरु गोबिंद सिंह जी ने जिदन अमृत की दात दी ना, उदन भावें चलो ये इतिहासकारां ने बोल के ने जाकी जात गोत कुल माही, सरदारी ना भई कदाही, इन्हीं को सरदार बनाऊं तब है गोबिंद सिंह नाम कहाऊं। जे पिछला जन्म कहो, पिछली जात, एक खतरी, दूजा जाट, तीसरा छिंबा, चौथा झूर, ते पंजवां नाई। अमृत छकन तो पहलां दी गल मैं कर रहा, किड्डी वड्डी क्रांति आ गई सी जी। उन्हां सारियां नूं एक बाटे चों अमृत की दात दिती। उन्हां पंजां ने, गुरु गोबिंद सिंह जी ने पंजां नूं चुले दिते। उन्हां पंजां ने गुरु गोबिंद सिंह नूं एक एक चूड़ा दिता। फिर अर्ज है, उन्हां पंजां दे नेत्रां च गुरु गोबिंद सिंह जी ने छट्टे मारे, उन्हां पंजां ने गुरु गोबिंद सिंह दे नेत्रां च मारे। वो सतगुरां ने अमृत की दात दी। फिर मेरी बेनती सुनियो, है तो खतरी, जट, झूर, छिंबा, नाई, पर अमृत छकान तो बाद कह लगे, सेव करी इन्हीं की भावत और की सेव सुहात ना जी को, दान दियो इन्हीं को भलो और आन को दान ना लागत नीको। कहने जे सेवा करनी इन्हां दी करियो, जे दान करना है तो इन्हां नूं करियो। अज सिखां नूं इस तुक बारे सोचना चाहिए है। मैं ये नहीं कहता भी लंगर आपां लाने नहीं, लाइए जी सदके, पर गुरु गोबिंद सिंह की गल चेते रखियो, दान दियो इन्हीं को भलो और आन को दान ना लागत नीको। खालसे दे बच्चों की परवरिश करो, इदू वड्डा पुन कितों नहीं मिलना।
ਇਹ ਮਹਾਰਾਜ ਗੁਰੂ ਗੋਬਿੰਦ ਸਿੰਘ ਦੇ ਬਚਨ ਨੇ। ਬਾਕੀ ਅਗਲੇ ਸ਼ਲੋਕ ਦੀ ਵਿਚਾਰ ਆਪਾਂ ਕੱਲ ਕਰਾਂਗੇ ਜੀ। ਆਪ ਜੀ ਦਾ ਬਹੁਤ ਧੰਨਵਾਦ। ਕਾਫੀ ਲੰਮਾ ਸਮਾਂ ਬੈਠੇ ਆਪ ਜੀ। ਹੁਣ ਤਿੰਨ ਕੱਲ ਨੂੰ ਭਾਈ ਸਾਹਿਬ ਜੀ ਨੇ ਵੀ ਆ ਜਾਣਾ, ਭਾਈ ਹਰਜਿੰਦਰ ਸਿੰਘ ਜੀ ਨੇ ਵੀ, ਤੇ ਤੁਸੀਂ ਵੀ ਆਪਣੀ ਤਿਆਰੀ ਬਦਲ 3 ਕੁ ਘੰਟੇ ਦੀ ਚੌਂਕੜੀ ਜ਼ਰੂਰ ਅਭਿਆਸ ਕਰਕੇ ਆਇਓ, ਕਿਉਂਕਿ ਇੰਨਾ ਸਮਾਂ ਤੇ ਬਹਿਣਾ ਹੀ ਪੈਣਾ ਹੈ ਨਾ। ਤੇ ਦਿਲਬਰ ਸਾਹਿਬ ਗੱਲ ਕਹਿੰਦੇ ਹੁੰਦੇ, ਅਖੀਰਲਾ ਸਮਾਂ ਦੁਸ਼ਮਣ ਦਾ ਵੀ ਨਾ ਆਵੇ। ਤੇ ਕਰੋ ਕਿਰਪਾ ਜੀ। ਹੁਣ ਥੋੜਾ ਆਪਾਂ ਨਾਮ ਜਪ ਲਈਏ ਸਾਰੇ ਜੀ। ਪਹਿਲਾਂ ਦਾਸ, ਫਿਰ ਖਾਲਸਾ ਜੀ। ਤੁਸੀਂ ਤੀਜੇ ਹਿੱਸੇ ਵਿੱਚ ਬੀਬੀਆਂ ਪੈਣਾ, ਸਾਰੇ ਜਪਿਓ ਜੀ ਉੱਚੀ ਆਵਾਜ਼ ਵਿੱਚ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਿੰਘੋ ਸਾਰੇ ਬੋਲੋ ਵਾਹਿਗੁਰੂ, ਸਤਨਾਮ 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 ਵਾਹਿਗੁਰੂ। ਸਿੰਘੋ ਆਵਾਜ਼ ਕਰ ਲੋ ਵਾਹਿਗੁਰੂ, ਸਤਨਾਮ 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 ਵਾਹਿਗੁਰੂ।